ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਮੌਸਮ ਉਦਾਸੀ ਦਾ ਤੇ ਉਦਾਸ ਖਬਰਾਂ ਨਾਲ ਹੀ ਸਵੇਰ ਸ਼ੁਰੂ ਹੁੰਦੀ ਹੈ। ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਤੁਹਾਨੂੰ ਵੀ ਉਦਾਸ ਖਬਰਾਂ ਸੁਣਾਉਣੀਆਂ ਪੈ ਰਹੀਆਂ ਨੇ। ਖਬਰ ਤਾਂ ਖਬਰ ਹੈ, ਉਹ ਤਾਂ ਸੁਣਾਉਣੀ ਪੈਣੀ ਹੈ। ਤੇ ਵੱਡੀ ਖਬਰ ਹੈ ਕਿ ਦਿੱਲੀ ਦੇ ਵਿੱਚ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ, ਜਿੱਥੇ ਇਹ ਕਿਹਾ ਜਾਂਦਾ ਕਿ ਲੋਕ ਕਰੋਨਾ ਨਾਲ ਮਰ ਰਹੇ ਨੇ, ਸੱਚੀ ਗੱਲ ਇਹ ਹੈ ਕਰੋਨਾ ਨਾਲ, ਕਰੋਨਾ ਦੇ ਹਵਾਲੇ ਨਾਲ, ਕਰੋਨਾ ਦੇ ਬਹਾਨੇ ਨਾਲ ਤਾਂ ਮਰ ਰਹੇ ਨੇ, ਲੇਕਿਨ ਮਰ ਤਾਂ ਅੱਜ ਕੱਲ੍ਹ ਜੋ ਰਹੇ ਨੇ ਉਹ ਆਕਸੀਜਨ ਦੀ ਕਮੀ ਨਾਲ ਮਰ ਰਹੇ ਨੇ, ਜਾਂ ਐ ਕਹਿ ਲਈਏ ਸਾਹ ਨਾ ਲੈਣ ਕਾਰਨ ਮਰ ਰਹੇ ਨੇ। ਸਾਹ ਲੈਣ ਲਈ ਆਕਸੀਜਨ ਦੀ ਜ਼ਰੂਰਤ ਹੈ, ਆਕਸੀਜਨ ਮਿਲਦੀ ਨਹੀਂ। 25 ਮੌਤਾਂ ਹੋ ਚੁੱਕੀਆਂ ਨੇ ਇਸ ਹਸਪਤਾਲ ਦੇ ਵਿੱਚ, ਜਿਸ ਨੂੰ ਤੁਸੀਂ ਦੇਖ ਰਹੇ ਹੋ, ਤੇ 60 ਮਰਨ ਕਿਨਾਰੇ ਪਏ ਨੇ। ਕਾਰਨ ਬੜਾ ਸਪਸ਼ਟ, ਜਿਹੜੇ ਉੱਥੇ ਆਕਸੀਜਨ ਦਾ ਜਿਹੜਾ ਦਬਾਅ ਹੈ, ਜਿਹੜੇ ਸਿਲੰਡਰ ਲਏ ਸੀ ਉਹਨਾਂ 'ਚ ਘਟ ਗਿਆ। ਦੇਖੋ, ਗੱਲ ਮੈਂ ਬਾਰ-ਬਾਰ ਕਹਿ ਰਿਹਾ ਕਿ ਦੇਸ਼ ਦੇ ਵਿੱਚ ਬਹੁਤ ਕਮੀਆਂ ਨੇ ਇਸ ਸਿਸਟਮ ਦੇ ਵਿੱਚ, ਹੈਲਥ ਸਿਸਟਮ ਦੇ ਵਿੱਚ। ਹੁਣ ਮੈਂ ਕੱਲ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਦੇਸ਼ ਦੇ ਵਿੱਚ ਸਾਰਾ ਕੁਝ ਮਿਲਾ ਕੇ, ਪ੍ਰਾਈਵੇਟ, ਸਰਕਾਰੀ, ਛੋਟੇ-ਛੋਟੇ, ਉਹ ਮਿਲਾ ਕੇ ਵੀ 19 ਲੱਖ ਬੈੱਡ ਨੇ, ਤੇ ਕੱਲ ਸਾਡੇ ਐਕਟਿਵ ਕੇਸ ਸੀ 24,22,000, ਤੇ ਅੱਜ ਐਕਟਿਵ ਕੇਸ ਕਿੰਨੇ ਨੇ ਸਾਡੇ? 25,43,914, ਜਿਨ੍ਹਾਂ ਨੂੰ ਮੈਡੀਕਲ ਹੈਲਪ ਦੀ ਲੋੜ ਹੈ। ਤੇ ਫਿਰ ਹੁਣ 19 ਲੱਖ ਬੈੱਡ ਹੋਣ ਤੇ ਫਿਰ ਬੈੱਡ ਕਿੱਥੇ ਨੇ? ਕੋਈ ਆਟੋ 'ਚ ਪਿਆ, ਕੋਈ ਐਂਬੂਲੈਂਸ ਪਿਆ, ਕਿੰਨਾ ਚਿਰ ਪਾਉਂਗੇ? ਸਾਡੇ ਕੋਲ ਤਾਂ ਨਾ ਜਿਉਂਦਿਆਂ ਲਈ ਜਗ੍ਹਾ, ਨਾ ਮਰਦਿਆਂ ਲਈ। ਪਾਰਕਿੰਗ 'ਚ ਸੰਸਕਾਰ ਹੋ ਰਹੇ ਨੇ, ਸੰਸਕਾਰ ਕਰਨ ਨੂੰ ਜਗ੍ਹਾ ਨਹੀਂ, ਹਸਪਤਾਲਾਂ 'ਚ ਜਗ੍ਹਾ ਨਹੀਂ। ਹੋ ਕੀ ਰਿਹਾ? ਭਾਸ਼ਣ ਬਹੁਤ ਹੋ ਰਹੇ ਨੇ, ਪਰ ਇਦੋਂ ਅੱਗੇ ਕੀ ਹੋ ਰਿਹਾ ਹੈ, ਇਹ ਸਮਝਣ ਵਾਲੀ ਗੱਲ ਹੈ। ਟੋਟਲ ਵੈਂਟੀਲੇਟਰ ਸਾਡੇ ਦੇਸ਼ ਦੇ ਵਿੱਚ, ਜਿਹਦੀ ਆਬਾਦੀ 1 ਅਰਬ 33 ਕਰੋੜ ਹੋਵੇ, 48,000 ਵੈਂਟੀਲੇਟਰ ਨੇ। ਉਹਨਾਂ ਚੋਂ ਮੈਂ ਜਿਵੇਂ ਕੱਲ ਦੱਸਿਆ ਸੀ 250-300 ਤਾਂ ਪੰਜਾਬ ਵਾਲੇ ਘਟਾ ਲਓ, ਕਿਉਂਕਿ ਹਾਲੇ ਵੀ ਉਹ ਧੂੜ ਚੱਟ ਰਹੇ ਨੇ, ਖੁੱਲੇ ਵੀ ਨਹੀਂ ਹੈਗੇ। ICU ਬੈੱਡ 90,000 ਨੇ, ਤੇ ਗਿਣਤੀ ਲਗਾਤਾਰ ਵੱਧ ਰਹੀ ਹੈ। ਗਿਣਤੀ ਸੁਣ ਲਓ ਕਿੰਨੀ ਕੁ ਹੋ ਗਈ। ਅੱਜ ਜਦੋਂ ਮੈਂ ਸਵੇਰੇ ਅੰਕੜਾ ਦੇਖਿਆ, 3,44,949 ਨਵੇਂ ਕੇਸ ਸੀ। 3,44,949 ਸਾਰੀ ਦੁਨੀਆ ਤੋਂ ਹਰ ਰੋਜ਼ ਨਵੇਂ ਰਿਕਾਰਡ ਆ ਰਹੇ ਨੇ, ਔਰ ਮੌਤਾਂ ਜਿਹੜੀਆਂ ਨੇ ਉਹ ਵੀ ਲਗਾਤਾਰ ਵੱਧ ਰਹੀਆਂ ਨੇ। 2,620 ਮੌਤਾਂ ਇੰਡੀਆ 'ਚ ਹੋਈਆਂ ਸੀ, ਔਰ ਕੁੱਲ ਮੌਤਾਂ 1,99,549 ਹੋ ਚੁੱਕੀਆਂ ਨੇ। ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਹਰ ਰੋਜ਼ ਕਰਦੇ ਹਾਂ, ਕਰਨੀ ਵੀ ਚਾਹੀਦੀ ਹੈ, ਦੇਸ਼ ਹੈ ਸਾਡਾ। ਲੇਕਿਨ ਦੂਜੇ ਪਾਸੇ ਜਿੱਥੇ ਅਸੀਂ ਰਹਿ ਰਹੇ ਹਾਂ ਉਹਦੇ ਹਾਲਤ ਵੀ ਜ਼ਿਆਦਾ ਚੰਗੀ ਨਹੀਂ। ਹੁਣ ਸਾਡੀ ਹਾਲਤ ਕੀ ਹੈ? 3,26,447 ਟੋਟਲ ਕੇਸ ਹੁਣ ਤੱਕ ਹੋਏ ਨੇ, ਤੇ ਕੱਲ 6,728 ਕੇਸ ਆਏ ਨੇ। ਹਰ ਰੋਜ਼ ਵੱਧ ਰਹੇ ਨੇ। ਸਾਡੇ ਵੀ ਐਕਟਿਵ ਕੇਸ 43,943 ਹੋ ਗਏ ਪੰਜਾਬ 'ਚ, ਤੇ 76 ਮੌਤਾਂ ਕੱਲ ਹੋਈਆਂ ਨੇ। ਤੇ ਹਰਿਆਣਾ 'ਚ ਭਾਵੇਂ ਮੌਤਾਂ ਘੱਟ ਨੇ, ਪਰ ਕੇਸ ਉਧਰ ਵੀ ਬਹੁਤ ਵੱਧ ਰਹੇ। ਸਾਡੇ ਗੁਆਂਢ 'ਚ 11,854 ਉੱਥੇ ਕੇਸ ਹੋਏ ਨੇ। ਹੁਣ ਇਸ ਹਾਲਾਤ ਦੇ ਵਿੱਚ ਅਸੀਂ ਅਸਲ ਗੱਲ ਕਰਨੀ ਹੈ ਕਿ ਦੇਸ਼ ਕਰ ਕੀ ਰਿਹਾ ਹੈ, ਦੇਸ਼ ਕਿਸ ਪਾਸੇ ਨੂੰ ਜਾ ਰਿਹਾ ਹੈ। ਸਾਡੇ ਪ੍ਰਧਾਨ ਸੇਵਕ ਬਹੁਤ ਗੰਭੀਰ ਨੇ ਕਰੋਨਾ ਨੂੰ ਲੜਾਉਣ ਲਈ, ਕਿਉਂਕਿ ਉਹਨਾਂ ਨੇ ਬੰਗਾਲ ਜਾਣਾ ਰੱਦ ਕਰਤਾ, ਤੇ ਕੱਲ 10 ਸੂਬਿਆਂ ਦੇ ਜਿੱਥੇ ਕੇਸ ਜ਼ਿਆਦਾ ਰਹੇ ਨੇ ਉਹਨਾਂ ਨਾਲ ਕੀਤੀ ਮੀਟਿੰਗ। ਆ ਮੀਟਿੰਗ ਕਰ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਕਮਾਲ ਇਹ ਹੈ ਵੈਸੇ ਇਹਨਾਂ ਦੀ, ਮੋਦੀ ਸਾਹਿਬ ਦੀ, ਕਿ ਜਿੱਥੇ ਇਕੱਲੇ ਬੈਠੇ ਨੇ, ਜਿੱਥੇ ਵਰਚੁਅਲ ਮੀਟਿੰਗ ਹੋ ਰਹੀ ਹੈ, 10 ਸੂਬਿਆਂ ਦੇ ਮੁੱਖ ਮੰਤਰੀ ਆਪਣੀ ਆਪਣੀ ਸਟੇਟ ਦੀ ਕੈਪੀਟਲ 'ਚ ਆਪਣੇ ਆਪਣੇ ਘਰਾਂ 'ਚ ਬੈਠੇ ਕਰ ਰਹੇ ਨੇ, ਤੇ ਉੱਥੇ ਮੋਦੀ ਸਾਹਿਬ ਨੇ ਪਾਇਆ ਹੋਇਆ ਮਾਸਕ। ਲੇਕਿਨ ਜਦੋਂ ਬੰਗਾਲ 'ਚ ਰੈਲੀਆਂ ਕਰਦੇ ਨੇ ਉਦੋਂ ਕਿਤੇ ਮਾਸਕ ਨਹੀਂ ਨਜ਼ਰ ਆਉਂਦਾ। ਚਲੋ ਛੱਡੋ, ਅੱਜ ਮੌਕਾ ਹੋ ਰਿਹਾ। ਮੋਦੀ ਸਾਹਿਬ ਕਹਿੰਦੇ ਕਿ ਸਾਰੇ ਦੇਸ਼ ਨੂੰ ਇਕੱਠੇ ਹੋ ਕੇ ਇੱਕ ਦੇਸ਼ ਬਣ ਕੇ ਆਪਾਂ ਨੂੰ ਲੜਨਾ ਚਾਹੀਦਾ ਹੈ।
वैसे मोदी साहब लगातार ही इस देश ਨੂੰ ਇੱਕ ਦੇਸ਼ ਇੱਕ ਰਾਸ਼ਟਰ ਬਣਾ ਰਹੇ ਨੇ। ਇੱਕ ਰਾਸ਼ਟਰ ਕਦੋਂ ਬਣੂਗਾ ਮੋਦੀ ਸਾਹਿਬ ਦੀ ਨਿਗਾਹ 'ਚ? ਜਦੋਂ ਸਾਰੇ ਦੇਸ਼ 'ਚ ਭਾਰਤੀ ਜਨਤਾ ਪਾਰਟੀ ਦਾ ਰਾਜ ਹੋਊਗਾ। ਪਰ ਇੱਥੇ ਉਹ ਕਹਿੰਦੇ ਕਰੋਨਾ ਨਾਲ ਲੜਨ ਲਈ ਆਪਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ। ਹੋਰ ਬੜੇ ਮੁੱਖ ਮੰਤਰੀ ਨੇ ਆਪਣੀ ਆਪਣੀ ਗੱਲ ਕੀਤੀ। ਕੈਪਟਨ ਸਾਹਿਬ ਕਹਿੰਦੇ ਇੱਕ ਪਾਸੇ ਤਾਂ ਆਪਾਂ ਇੱਕ ਦੇਸ਼ ਦੀ ਗੱਲ ਕਰਦੇ ਆ, ਸਾਨੂੰ ਇਹ ਤਾਂ ਦੱਸੋ ਇਹ ਜਿਹੜੀ ਤੁਹਾਡੀ ਵੈਕਸੀਨ ਹੈ ਇਹਦੇ 'ਚ ਕਿਉਂ ਵਿਤਕਰਾ ਹੋ ਰਿਹਾ ਹੈ? ਫਿਰ ਮੋਰ ਓਵਰ ਸਾਨੂੰ ਕੋਈ ਪੈਸੇ ਪੂਸੇ ਦਿਓ, ਜੇ 18 ਸਾਲ ਤੋਂ ਲਾਉਣੇ ਆ 1000 ਕਰੋੜ ਦੀ ਲਾਗਤ ਹੋਣੀ ਹੈ ਸਾਡੇ, ਤੇ ਉਹ ਪੈਸਾ ਕਿੱਥੋਂ ਆਊਗਾ? ਸਾਨੂੰ ਪੈਸਾ ਦਿਓ। ਮੈਡੀਕਲ ਆਕਸੀਜਨ ਸਪਲਾਈ ਦੀ ਗੱਲ ਕਰੋ, ਮੋਦੀ ਸਾਹਿਬ ਕਹਿੰਦੇ ਸਪਲਾਈ ਤਾਂ ਹੁਣ ਨਿਰਵਿਘਨ, ਅਸੀਂ ਸਭ ਨੂੰ ਕਹਿਤਾ, 에ਅਰਫੋਰਸ ਨੂੰ ਕਹਿਤਾ, ਰੇਲਵੇ ਨੂੰ ਕਹਿਤਾ, ਟਰਾਂਸਪੋਰਟ ਸਾਰੇ ਕਿਤੇ ਹੁਣ ਆਕਸੀਜਨ ਦੀ ਜਿਹੜੀ ਹੈ ਸਪਲਾਈ ਹੋਊਗੀ। ਇਹ ਵੱਖਰੀ ਗੱਲ ਹੈ ਕਿ ਗੰਗਾ ਰਾਮ ਹਸਪਤਾਲ ਜਿਹੜਾ ਦਿੱਲੀ 'ਚ ਹੈ ਉਹ ਤੇ 25 ਬੰਦੇ ਮਰ ਗਏ, 60 ਮਰਨ ਨੂੰ ਤਿਆਰ ਪਏ ਨੇ, ਲੇਕਿਨ ਸਪਲਾਈ ਅਸੀਂ ਜ਼ਰੂਰ ਕਰਨੀ ਹੈ। ਇਹ ਸਾਡਾ ਵਾਅਦਾ ਹੈ। ਅਸੀਂ ਕੋਈ ਚੀਜ਼ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦੇਣੀ, ਲੇਕਿਨ ਦਵਾਈਆਂ ਸਾਡੇ ਕੋਲ ਨਹੀਂ ਹੈ ਤੇ ਸਾਡੇ ਕੋਲ ਵੈਕਸੀਨ ਬਣਾਉਣ ਲਈ ਜਿਹੜਾ ਕੱਚਾ ਮਾਲ ਹੈ ਉਹ ਵੀ ਜਿਹੜਾ ਹੈ ਅਸੀਂ ਮੰਗਿਆ ਸੀ ਅਮਰੀਕਾ ਤੋਂ, ਪਰ ਹੁਣ ਕੀ ਕਰੀਏ? ਅਮਰੀਕਾ ਲਈ ਜਵਾਬ ਦੇ ਗਏ, ਉਹ ਕਹਿੰਦੇ ਸਾਡੇ ਕੋਲ ਨਹੀਂ ਹੈ। ਸੋ ਇਸ ਕਿਸਮ ਦੇ ਹਾਲਾਤ ਦੇ ਵਿੱਚ ਕੇਜਰੀਵਾਲ ਜੀ ਨੇ ਤਾਂ ਹੋਰ ਹੀ ਕਮਾਲ ਕਰਤੀ। ਜਦੋਂ ਕੱਲ ਮੀਟਿੰਗ ਸੀ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਦਾ ਭਾਸ਼ਣ ਜਿਹੜਾ ਆਪ ਦਿੱਤਾ ਹੈ ਕਿ ਜੀ ਦੇਖੋ ਆਕਸੀਜਨ ਦੀ ਕਮੀ ਹੈ ਜੀ, ਜੇ ਇਹਦੇ ਨਾਲ ਤਾਂ ਵੱਡਾ ਨੁਕਸਾਨ ਤਾਂ ਹੋ ਹੀ ਰਿਹਾ ਕੇਜਰੀਵਾਲ ਸਾਹਿਬ, ਵੱਡਾ ਨੁਕਸਾਨ ਹੋ ਜੂ, ਉਹਨੂੰ ਟੈਲੀਕਾਸਟ ਕਰਤਾ। ਜਿਹੜੀ ਮੀਟਿੰਗ ਦਾ ਬਿਨਾਂ ਦੱਸੇ ਆਪਣਾ ਲਾਈਵ ਦਿਖਾਤਾ, ਦੇਖੋ ਵੀ ਮੈਂ ਕੀ ਬੋਲ ਰਿਹਾ। ਵੈਸੇ ਮੈਂ ਇਹ ਕਈ ਵਾਰੀ ਬੰਦਿਆਂ ਦੇ ਮਨ 'ਚ ਆ ਜਾਂਦੀ ਹੁੰਦੀ ਹੈ, ਇਹ ਸ਼ਾਇਦ ਕੇਜਰੀਵਾਲ ਸਾਹਿਬ ਦੇ ਮਨ 'ਚ ਆਈ ਹੋਈ ਹੈ। ਮੈਂ ਕੱਲ ਵੀ ਕਿਹਾ ਸੀ ਉਹ ਬਹੁਤ ਓਵਰ ਟੈਲੀਵਿਜ਼ਨ ਤੇ ਆਉਣ ਲੱਗ ਗਏ। ਇੰਨਾ ਜ਼ਿਆਦਾ ਟੈਲੀਵਿਜ਼ਨ ਤੇ ਆਉਣ ਦਾ ਉਲਟਾ ਅਸਰ ਪੈਂਦਾ ਕੇਜਰੀਵਾਲ ਸਾਹਿਬ। ਤੁਸੀਂ ਜਦੋਂ ਬਾਰ-ਬਾਰ ਕਹਿੰਦੇ ਹੋ ਹਮ ਜੀਤेंगे, ਫਿਰ ਜੀਤेंगे ਰੌਲਾ ਕਿਉਂ ਪਾਇਆ? ਜਿੱਤ ਜਾਓ ਫਿਰ। ਜਿੱਤਣ ਵਾਲੀ ਗੱਲ ਤਾਂ ਉਲਟਾ ਹੈ ਤੇ ਉਹ ਤਾਂ ਸਮਾਂ ਨੁਕਸਾਨ ਹੋ ਰਿਹਾ ਹੈ ਤੇ ਲੋਕ ਹੁਣ ਦੁਖੀ ਹੋ ਗਏ। ਲੋਕ ਟੈਲੀਵਿਜ਼ਨ ਬੰਦ ਕਰਨ ਲੱਗ ਗਏ ਜਦੋਂ ਤੁਸੀਂ ਆਉਣੇ ਹੋ ਕਿ ਜੀ ਹਮ ਜੀਤेंगे, ਇਹ ਹੋ ਗਿਆ। ਇੰਨੀ ਐਡ ਵੀ ਠੀਕ ਨਹੀਂ, ਪਰ ਇਹ ਤਾਂ ਕਮਾਲ ਹੀ ਕਰਤੀ। ਫਿਰ ਭਾਵੇਂ ਮਾਫੀ ਮੰਗਣੀ ਪਈ, ਬਿਨਾਂ ਦੱਸੇ ਤੋਂ ਟੈਲੀਕਾਸਟ ਕੀਤਾ ਜੋ ਕੁਝ ਕਿਹਾ। ਬੜਾ ਕੁਝ ਸਾਡੇ ਦੇਸ਼ ਚੱਲੀ ਜਾਂਦਾ ਹੈ। ਇਸੇ ਸਿਲਸਿਲੇ 'ਚ ਇੱਕ ਗੱਲ ਹੋਰ ਦੱਸਦਾ ਕਿ ਹੁਣ ਜਿਹੜਾ ਘਾਟਾ ਆਕਸੀਜਨ ਦਾ ਹੈ ਇਹਨੂੰ ਪੂਰਾ ਕਰਨ ਲਈ ਮਿਨਿਸਟਰੀ ਆਫ ਡਿਫੈਂਸ ਕੋਲ ਗਏ। ਉਹਨਾਂ ਨੇ ਫਿਰ ਗੱਲ ਕੀਤੀ ਜਰਮਨ ਨਾਲ। ਜਰਮਨੀ ਤੋਂ 23 ਆਕਸੀਜਨ ਜਨਰੇਸ਼ਨ ਪਲਾਂਟ ਆ ਰਹੇ ਨੇ, ਕਹਿੰਦੇ ਨੇ ਕਿ ਇੱਕ ਹਫ਼ਤੇ 'ਚ ਆ ਜਾਣਗੇ। ਚੰਗੀ ਗੱਲ ਹੈ, ਆ ਜਾਣ ਤਾਂ ਵਧੀਆ ਹੈ। ਵੈਸੇ ਉਹਨਾਂ ਨੇ ਇੱਕ ਹੋਰ ਗੱਲ ਵੀ ਕੀਤੀ ਹੈ, ਜਿਹੜੇ ਸ਼ਾਰਟ ਸਰਵਿਸ ਕਮਿਸ਼ਨ ਹੁੰਦੇ ਨਾ ਉਹਦੇ 'ਚ ਸ਼ਾਰਟ ਸਰਵਿਸ 5 ਸਾਲ ਲਈ ਜਾਂਦੇ ਨੇ, ਉਹਨਾਂ ਦੇ 288 ਡਾਕਟਰ ਜਿਹੜੇ ਜਾਣੇ ਸੀ ਉਹਨਾਂ ਨੂੰ ਐਕਸਟੈਂਸ਼ਨ ਦੇਤੀ 31 ਦਸੰਬਰ ਤੱਕ। ਚੰਗੀ ਗੱਲ ਕੀਤੀ ਹੈ, ਕੁਛ ਤਾਂ ਹੋਇਆ ਜਿਹੜਾ ਮਤਲਬ ਡਿਫੈਂਸ ਵਾਲੇ ਕਰ ਰਹੇ ਨੇ। ਪਰ ਜਿਹੜੀ ਮਾੜੀ ਗੱਲ ਹੈ ਕਿ ਅਮਰੀਕਾ ਨੇ ਪਾਬੰਦੀ ਜਿਹੜੀ ਹੈ ਨਹੀਂ ਚੱਕੀ, ਜਿਹੜੀ ਪਾਬੰਦੀ ਉਹਨੇ ਲਾਈ ਹੋਈ ਸੀ, ਜਿਹੜੀ ਕੋਵਿਡ ਵੈਕਸੀਨ 'ਚ ਕੱਚਾ ਮਾਲ ਕੰਮ ਆਉਂਦਾ ਹੈ ਉਹ ਤੇ। ਆਪਾਂ ਇੱਕ ਇਸੇ ਹਾਲਾਤ 'ਚ ਇੱਕ ਗੱਲ ਹੋਰ ਕਰ ਲਈਏ, ਕਿਉਂਕਿ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਸਾਨੂੰ ਪਤਾ ਹੈ ਕਿ ਦੇਸ਼ ਦੇ ਹਾਲਤ ਕੋਈ ਜ਼ਿਆਦਾ ਚੰਗੀ ਨਹੀਂ ਹੈ ਕਰੋਨਾ ਦੇ ਹਵਾਲੇ ਨਾਲ। ਲੇਕਿਨ ਇੱਕ ਗੱਲ ਆਪਾਂ ਜ਼ਰੂਰ ਕਰੀਏ ਕਿ ਇਸ ਹਾਲਾਤ ਦੇ ਵਿੱਚ ਵੀ ਬਹੁਤ ਸਾਰੇ ਲੋਕ ਉੱਠੇ, ਬਹੁਤ ਸਾਰੇ ਸਰਦਾਰ ਉੱਠੇ ਨੇ ਜਿਨ੍ਹਾਂ ਨੇ ਆਕਸੀਜਨ ਦੇ ਲੰਗਰ ਲਾਏ ਹੋਏ ਨੇ। ਦੇਖੋ ਤਿੰਨਾਂ ਦਾ ਮੈਂ ਜ਼ਿਕਰ ਕਰਦਾ, ਜੇ ਕੋਈ ਹੋਰ ਖਬਰ ਹੋਈ ਉਹਦਾ ਵੀ ਕਰਾਂਗੇ। ਮੈਂ ਇਹਨੂੰ ਧਰਮ ਨਾਲ ਨਹੀਂ ਜੋੜਦਾ, ਪਰ ਕਰੀਬ ਤਿੰਨੇ ਸਰਦਾਰ ਨੇ, ਇਸ ਕਰਕੇ ਮੈਂ ਦੱਸ ਰਿਹਾ। ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਚਦੇਵਾ ਸਾਹਿਬ ਦੀ ਮੋਹਾਲੀ ਦੀ ਖਬਰ ਦਿੱਤੀ ਸੀ, ਮੋਹਾਲੀ 'ਚ ਲੰਗਰ ਲਾਇਆ, ਲਿਆਓ ਸਿਲੰਡਰ ਭਰਾ ਕੇ ਲੈ ਜਾਓ। ਹੁਣ NCR ਦੇ ਵਿੱਚ ਮਾਇਆਪੁਰੀ ਟ੍ਰੇਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਨੇ ਇੰਦਰਜੀਤ ਸਿੰਘ ਮੋਦੀ, ਉਹ ਹਰ ਰੋਜ਼ ਉੱਥੇ 500-700 ਬੰਦਾ ਆਉਂਦਾ ਹੈ ਤੇ ਆਕਸੀਜਨ ਲੈ ਜਾਂਦਾ। ਇਹ ਉੱਥੋਂ ਦੀ ਗੱਲ ਹੈ ਜਿੱਥੇ ਮਾਰੋ ਮਾਰੀ ਹੋ ਰਹੀ ਹੈ ਆਕਸੀਜਨ ਲਈ, ਤੇ ਉੱਥੇ ਆਕਸੀਜਨ ਦਾ ਲੰਗਰ। ਤੇ ਹੁਣ ਤਾਂ ਫਿਰ ਖਾਲਸਾ ਏਡ ਆ ਗਈ, ਕਹਿੰਦੇ ਅਸੀਂ ਵੀ ਲੰਗਰ ਲਾਵਾਂਗੇ। ਤੇ ਪਰ ਦੂਜੇ ਪਾਸੇ ਜਿਹੜੇ ਬੰਦੇ ਦੇ ਨਾਲ ਮੰਤਰੀ ਵੀ ਬੈਠੇ ਹੋਣ, ਜਿਹੜੇ ਬੰਦੇ ਨਾਲ ਸਾਰੀ ਜਿਹੜੀ, ਮੈਂ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਨੂੰ ਆਪ ਦੇਖਿਆ, ਮੈਂ ਉਸ ਫੰਕਸ਼ਨ 'ਚ ਸੀ ਜਦੋਂ ਪਤੰਜਲੀ ਵਾਲਾ ਬਾਬਾ ਰਾਮਦੇਵ ਉੱਥੇ ਆਇਆ ਤੇ ਉਹਦੇ ਕਈ ਵੱਡੇ ਵੱਡੇ ਮਿਨਿਸਟਰ ਔਰ ਮੰਤਰੀਆਂ ਨਾਲੋਂ ਜ਼ਿਆਦਾ ਉਹਦੀ ਪੁੱਛ ਹੋ ਰਹੀ ਸੀ। ਉਹ ਜਿਹੜਾ ਰਾਮਦੇਵ ਇਹ ਕਹਿੰਦਾ ਸੀ ਬਣਾਤੀ ਅਸੀਂ ਤਾਂ ਜੀ ਦਵਾਈ, ਔਰ ਉਹਨੇ ਪ੍ਰੈਸ ਕਾਨਫਰੰਸ ਕਰਤੀ ਸੀ। ਹੁਣ ਉਸੇ ਪਤੰਜਲੀ ਦੇ ਵਿੱਚ
83 ਬੰਦੇ ਜਿਹੜੇ ਨੇ ਉਹ ਪੋਜ਼ਿਟਿਵ ਨੇ। ਹਾਲੇ ਉਹਦੇ ਬਾਬੇ ਦੀ ਰਿਪੋਰਟ ਆਉਣੀ ਹੈ, ਪਤਾ ਨਹੀਂ ਉਹ ਵੀ ਪੋਜ਼ਿਟਿਵ ਹੈ ਜਾਂ ਨਹੀਂ, ਰਾਮਦੇਵ ਆਪ ਤੋਂ ਇਹ ਜਿਹਾ ਕੁਛ ਤਾਂ ਚੱਲਦਾ। ਤੇ ਉਦੋਂ ਕਿਸੇ ਨੇ ਕਿਉਂ ਨਾ ਪੁੱਛਿਆ ਵੀ ਤੂੰ ਕਿਹੜੇ ਤੇਰੇ ਮਾਪਦੰਡ ਨੇ ਜਿਹਦੇ ਚ ਕਿਹਾ ਕਿ ਮੈਂ ਇਹ ਬਣਾਤੀ ਦਵਾਈ ਬਣਾਤੀ। ਸੋ ਉਹ ਦਵਾਈ ਬਣਾਈ ਜਾਂ ਨਹੀਂ ਬਣਾਈ, ਲੇਕਿਨ ਦਵਾਈ ਵਿਕੀ ਬਹੁਤ, ਔਰ ਪੈਸਾ ਯੋਗਾ ਦੇ ਨਾਂ ਤੇ। ਵੈਸੇ ਮੈਂ ਤੁਹਾਨੂੰ ਦੱਸਦਾ, ਇਸ ਦੁਨੀਆ 'ਚ ਵਧੀਆ ਬੁਲਾਰਾ ਹੋਵੇ, ਚਾਹੇ ਮੋਦੀ ਹੋਵੇ ਤੇ ਚਾਹੇ ਹੋਵੇ ਰਾਮਦੇਵ, ਬੁਲਾਰਾ ਹੋਣਾ ਵਧੀਆ ਹੁੰਦਾ। ਪਿੱਛੇ ਜੇ ਮੇਰਾ ਇੱਕ ਆਰਟੀਕਲ ਵੀ ਛਪਿਆ ਇੱਕ ਪੰਜਾਬੀ ਦੇ ਵੱਡੇ ਅਖਬਾਰ 'ਚ ਕਿ ਵਧੀਆ ਬੁਲਾਰਾ ਬਣੋ ਜੇ ਤੁਸੀਂ ਜ਼ਿੰਦਗੀ 'ਚ ਤਰੱਕੀ ਕਰਨੀ ਹੈ। ਹੁਣ ਇਹਨਾਂ ਕੋਲ ਪਤੰਜਲੀ ਯੋਗ ਤਾਂ ਬਹੁਤ ਪੁਰਾਣਾ ਹੈ, ਤੇ ਹੁਣ ਯੋਗ ਕਹਿੰਦੇ ਰਾਮਦੇਵ ਦਾ ਯੋਗ, ਉਸੇ ਯੋਗ ਦੇ ਨਾਂ ਤੇ ਉਸ ਬੰਦੇ ਨੇ ਮਤਲਬ ਵੱਡਾ ਕਾਰਪੋਰੇਟ ਘਰਾਣਿਆਂ ਦੇ ਨਾਲ ਮੱਥਾ ਲਾਉਣ ਜੋਗਾ ਹੋ ਗਿਆ। ਉਹ ਬੰਦੇ ਨੇ ਹੁਣ ਉਹਦਾ ਆਪਦਾ ਜਿਹੜਾ ਪਤੰਜਲੀ ਦੇ ਵਿੱਚ ਇਹਨੇ ਕਰੋਨਾ ਪੋਜ਼ਿਟਿਵ ਨੇ, ਲੋਕ ਤਾਂ ਸਵਾਲ ਕਰਨਗੇ। ਸੋ ਖਬਰਾਂ ਜਿੰਨੀਆਂ ਮਰਜ਼ੀ ਆਪਾਂ, ਮੈਂ ਤੁਹਾਨੂੰ ਦੱਸਿਆ ਕਰੋਨਾ ਦੇ ਹਵਾਲੇ ਨਾਲ ਸਾਡੇ ਦੇਸ਼ 'ਚ ਬਹੁਤ ਕੁਝ ਹੋ ਰਿਹਾ ਹੈ, ਲੇਕਿਨ ਜਿਹੜੀ ਸਰਕਾਰ ਕਰ ਰਹੀ ਹੈ ਉਹਦਾ ਜ਼ਿਕਰ ਆਪਾਂ ਹੁਣ ਕਰਨਾ ਹੈ। ਫਿਰ ਪੰਜਾਬ ਵੱਲ ਆਵਾਂਗੇ। ਮੋਦੀ ਸਾਹਿਬ ਨੇ ਇੱਕ ਹੋਰ ਨਵਾਂ ਕੰਮ ਕੀਤਾ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਇਹ ਉਹਨਾਂ ਨੇ ਇਹਦੇ ਵਿੱਚ ਗਰੀਬਾਂ ਨੂੰ 5-5 ਕਿਲੋ ਹੋਰ ਜਿਹੜਾ ਹੈ 2 ਮਹੀਨੇ ਲਈ ਪ੍ਰਤੀ ਵਿਅਕਤੀ ਅਨਾਜ ਦੇਣ ਦੀ ਗੱਲ ਕੀਤੀ ਹੈ। ਇਹਦੀ ਡਿਟੇਲ ਮੈਂ ਤੁਹਾਨੂੰ ਦਿੰਦਾ, ਪਰ ਹੁਣ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਪਹਿਲਾਂ ਬ੍ਰੇਕ ਲੈ ਲਈਏ ਫਿਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਤੁਹਾਨੂੰ ਦੱਸਿਆ ਕਿ ਗਰੀਬ ਦੇਸ਼ ਦੇ 80 ਕਰੋੜ ਨੇ। 80 ਕਰੋੜ ਬੰਦਿਆਂ ਨੂੰ ਹੁਣ ਮਈ ਤੇ ਜੂਨ ਦੇ ਵਿੱਚ ਹਰ ਬੰਦੇ ਦੇ ਪਿੱਛੇ 5 ਕਿਲੋ ਅਨਾਜ ਸਰਕਾਰ ਦੇਊਗੀ। ਯਾਨੀ ਇਹ ਉਹਨਾਂ ਲੋਕਾਂ ਲਈ ਕਿ ਤੁਸੀਂ ਇਸ ਕਰੋਨਾ ਨਾਲ ਕਿਵੇਂ ਲੜ ਸਕਦੇ ਹੋ, ਭੁੱਖੇ ਨਾ ਮਰੋ। ਇਹ ਹੈ ਮੋਦੀ ਸਾਹਿਬ ਨੇ ਇਹ ਗੱਲ ਕਰ ਤਾਂ ਦਿੱਤੀ, ਪਰ ਹੁਣ ਇਹਦੇ ਪਿੱਛੇ ਆਪਾਂ ਸਮਝ ਲਈਏ ਇਹ ਪੋਸੀਬਲ ਕਿਵੇਂ ਹੁੰਦਾ। ਪਹਿਲਾਂ ਵੀ ਦਿੱਤੀ ਸੀ, ਆਪਾਂ ਨੂੰ ਪਤਾ ਹੈ ਪਿਛਲੇ ਸਾਲ ਜਦੋਂ। ਇਹ ਪੋਸੀਬਲ ਤਾਂ ਹੀ ਹੁੰਦਾ ਨਾ ਜੇ ਸਰਕਾਰ ਕੋਲ ਇਹ ਅਨਾਜ ਹੁੰਦਾ, ਜੇ ਐਫਸੀਆਈ ਖਰੀਦਦੀ ਹੈ। ਜੇ ਐਫਸੀਆਈ ਖਰੀਦੇ ਹੀ ਨਾ, ਜੇ ਇਹੀ ਅਨਾਜ ਵੱਡੇ ਵੱਡੇ ਜਿਨ੍ਹਾਂ ਨੇ ਭੰਡਾਰ ਬਣਾਏ ਨੇ ਉਹਨਾਂ ਕੋਲ ਹੋਊਗਾ ਤੇ ਪੈਕਟਾਂ 'ਚ ਮਿਲੇ, ਤੇ ਫਿਰ ਸਰਕਾਰ ਕਿਵੇਂ ਵੰਡੂਗੀ? ਇਹ ਤਾਂ ਦੱਸੀਏ ਨਾ। ਤੋ ਇਸ ਕਰਕੇ ਇਹ ਜੋ ਕੁਝ ਚੱਲ ਰਿਹਾ, ਮੋਦੀ ਸਾਹਿਬ ਦੋਨੇ ਬਹੁਤ ਚੰਗੀ ਗੱਲ ਹੈ, ਦੇ ਦਿਓ ਅਨਾਜ। ਲੇਕਿਨ ਜਿਹੜੇ ਬੰਦੇ ਸਾਡੇ ਦੇਸ਼ ਦੇ 14 ਕਰੋੜ 61 ਲੱਖ ਕਿਸਾਨ ਨੇ ਜਿਹੜੇ ਇਹਨੂੰ ਪੈਦਾ ਕਰ ਰਹੇ ਨੇ, ਹੈਰਾਨੀ ਮੈਨੂੰ ਉਦੋਂ ਹੁੰਦੀ ਹੈ ਜਦੋਂ ਸਾਡੇ ਦੇਸ਼ ਦੇ ਇਹ ਅੰਨ ਪੈਦਾ ਕਰਨ ਵਾਲੇ ਬੰਦੇ 11 ਕਰੋੜ 50 ਲੱਖ, ਜਿਹੜੀ 11.5 ਕਰੋੜ ਇਹ ਕਿਸਾਨ ਜਿਹੜੇ ਨੇ ਸਨਮਾਨ ਨਿਧੀ ਨਾਲ ਜੁੜੇ ਹੋਏ ਨੇ। ਪ੍ਰਧਾਨ ਮੰਤਰੀ ਜਿਹੜੀ ਸਕੀਮ ਹੈ, ਉਹਦਾ ਮਤਲਬ ਕੀ ਹੈ ਕਿ ਉਹਨਾਂ ਦੀ ਆਮਦਨ ਸਾਲ ਦੀ ਖੇਤੀ ਤੋਂ 5000, ਜਿਹੜੀ ਉਹ ਉਹਨਾਂ ਨੂੰ ਤੁਸੀਂ ਅਮੀਰ ਸਮਝ ਲਓ। ਲੇਕਿਨ ਇੱਕ ਗੱਲ ਤਾਂ ਇਹ ਹੈ ਕਿ 5000 ਸਾਲਾਨਾ, ਤੇ ਫਿਰ ਉਹ ਜੇ ਕਹਿੰਦੇ ਨੇ ਕਿ ਜਿਹੜਾ ਕੁਝ ਅਸੀਂ ਕਰ ਰਹੇ ਹਾਂ ਸਾਨੂੰ ਇਹ ਤਾਂ ਕਰਨ ਦਿਓ। ਇਹੀ ਤਾਂ ਇੱਕ ਸੈਕਟਰ ਜਿਹੜਾ ਬੜਾ ਵੱਡਾ ਬਚਾ ਰਿਹਾ, ਇਹ ਵੀ ਪ੍ਰਾਈਵੇਟ ਹੱਥਾਂ 'ਚ ਨਾ ਜਾਵੇ, ਤੇ ਨਹੀਂ ਤਾਂ ਫਿਰ ਪ੍ਰੋਬਲਮ ਪਤਾ ਕੀ ਹੋ ਜੂਗੀ। ਇਹ ਤੁਹਾਡੇ ਸਾਹਮਣੇ ਹੈ। ਤੇ ਫਿਰ ਪੈਕਟ ਖਰੀਦਣੇ ਪਿਆ ਕਰਨਗੇ, ਐ ਨਹੀਂ ਜਿਵੇਂ ਹੁਣ ਵੱਡੇ ਨੇ। ਐਨੀਵੇ, ਮੈਂ ਇੱਕ ਗੱਲ ਕਈ ਵਾਰੀ ਮੈਨੂੰ ਕਹਿੰਦੇ ਨੇ ਜੀ ਨਹੀਂ ਬਹੁਤ ਹੋ ਗਿਆ। ਦੇਖੋ ਮੈਂ ਤੁਹਾਨੂੰ ਸਮਝਾਉਣਾ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪਹਿਲੀ ਤਨਖਾਹ ਲਈ ਸੀ ਨਾ, ਉਦੋਂ 700 ਰੁਪਇਆ ਸਾਨੂੰ ਮਿਲਦਾ ਸੀ। ਤੇ ਹੁਣ ਜੋ ਮੈਂ ਦੱਸਣਾ ਨਹੀਂ, ਪਰ ਜੇ ਦੱਸੋ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਪ੍ਰੋਫੈਸਰ ਇੰਨੀ ਦੀ ਤਨਖਾਹ ਲੈਂਦਾ। ਚਲੋ ਆਪਾਂ ਟੀਚਰ ਦਾ ਦੱਸ ਦਿੰਦੇ ਹਾਂ, ਆਪਦਾ ਨਾ ਆਪਦਾ ਉਮਰ ਦੱਸਦਾ, ਨਾ ਹੀ ਆਪਦਾ ਬੰਦਾ ਇਨਕਮ ਦੱਸਦਾ। ਹੁਣ 1970 ਵਿੱਚ ਇਨਕਲਾਬ ਆਉਂਦਾ ਹੈ, ਇਸ ਦਹਾਕੇ ਹਰਾ ਇਨਕਲਾਬ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਉਦੋਂ ਜਿਹੜੀ ਹੈ ਇੱਕ ਟੀਚਰ, ਇੱਕ ਅਧਿਆਪਕ ਦੀ ਤਨਖਾਹ ਹੁੰਦੀ ਸੀ 156 ਰੁਪਏ, ਤੇ ਹੁਣ ਜੇ ਪ੍ਰੋਫੈਸਰ 700। ਮੈਂ ਤਾਂ ਹੁੰਦੀ ਗੱਲਾਂ ਕਰ ਰਿਹਾ 80 ਵੀ ਆਦੀ, ਮੈਂ ਉਦੋਂ 10-15 ਸਾਲ ਪੁਰਾਣੀ ਗੱਲ ਦੱਸ ਰਿਹਾ ਤੁਹਾਨੂੰ। ਉਸ ਵੇਲੇ 40,000 156 ਲੈਂਦਾ ਸੀ ਨਾ, ਅੱਜ 40-50 ਹਜ਼ਾਰ ਰੁਪਏ ਇੱਕ ਅਧਿਆਪਕ ਲੈ ਰਿਹਾ।
ਤੇ ਉਸ ਵੇਲੇ ਜਿਹੜੀ MSP ਸੀ ਕਣਕ ਤੇ ਉਹ 76 ਰੁਪਏ ਸੀ ਤੇ ਅੱਜ ਹੈਗੀ ਆ 1975। ਇਹ ਤਾਂ ਪਤਾ ਨਾ। ਹੁਣ ਤੁਸੀਂ ਕਹੋ ਜੀ ਇੰਨੀ ਵੱਧ ਗਈ, ਆਪਾਂ ਇਹਨੂੰ ਹੋਰ ਮਾਪਦੰਡ ਨਾਲ ਦੇਖ ਲੈਂਦੇ ਆ। ਉਹ ਮਾਪਦੰਡ ਹੈ ਸੋਨੇ ਦਾ। ਵਿਆਹ ਤਾਂ ਕਰਨੇ ਨੇ ਨਾ ਕਿਸਾਨਾਂ ਨੇ ਵੀ ਆਪਣੇ ਬੱਚਿਆਂ ਦੇ, ਤੇ ਸੋਨਾ ਜਿਹੜਾ ਹੈ 1 ਤੋਲਾ ਉਦੋਂ ਆਉਂਦਾ ਸੀ 185 ਰੁਪਏ ਦਾ, ਤੇ ਹੁਣ ਕਿੰਨਾ ਆਉਂਦਾ ਜੀ? ਹੁਣ 45,000, 50,000, 52,000 ਜਿੰਨੀ ਇੱਥੇ ਘੁੰਮ ਰਿਹਾ। ਤੇ ਕਿਸਾਨ ਕਿੱਥੇ ਖੜਾ ਹੈ ਤੇ ਸੋਨਾ ਕਿੱਥੇ ਚਲਿਆ ਗਿਆ, ਅਧਿਆਪਕ ਕਿੱਥੇ ਚਲੇ ਗਏ? ਤੇ ਫਿਰ ਕਿਸਾਨ ਕਿਉਂ ਨਾ ਰੌਲਾ ਪਾਵੇ? ਤੇ ਫਿਰ ਜਿਹੜੀ ਆ 5-5 ਕਿਲੋ ਅਸੀਂ ਦੇ ਰਹੇ ਹਾਂ ਨਾ, ਜਿਹੜੇ ਪੈਦਾ ਕਰ ਰਹੇ ਨੇ, ਉਹਨਾਂ ਦਾ ਖਿਆਲ ਰੱਖੋ। ਉਹ ਬੈਠੇ ਦਿੱਲੀ ਦੇ ਬਾਰਡਰਾਂ ਤੇ ਨੇ। ਚੱਲੀਏ ਆਪਾਂ ਅੱਗੇ ਵਧੀਏ। ਅੱਗੇ ਵਧਣ ਲਈ ਤੁਹਾਨੂੰ ਖਬਰਾਂ ਦੋ ਵੱਡੀਆਂ ਨੇ। ਪਹਿਲੀ ਖਬਰ ਕੰਵਰ ਵਿਜੇ ਦੀ ਵੀ ਲੈ ਸਕਦੇ ਆ ਤੇ ਨਵਜੋਤ ਸਿੰਘ ਸਿੱਧੂ ਦੀ ਵੀ ਲੈ ਸਕਦੇ ਆ। ਮੇਰੇ ਸਾਹਮਣੇ ਸਿੱਧੂ ਦੀ ਖਬਰ ਪਹਿਲਾਂ ਆ ਗਈ। ਹੁਣ ਕੀ ਹੈ ਸਿੱਧੂ ਨੇ ਇੱਕ ਧਮਾਕਾ ਹੋਰ ਕਰਤਾ। ਵੈਸੇ ਲੱਗ ਹੀ ਰਿਹਾ ਸੀ ਜਦੋਂ ਨਹੀਂ ਹੋਇਆ ਨਾ ਸਮਝੌਤਾ, ਜਦੋਂ ਕੈਪਟਨ ਸਾਹਿਬ ਨੇ ਕਹਿਤਾ ਕਿ ਆ ਜਾਣ ਉਹਨਾਂ ਦਾ ਮੰਤਰੀ ਦਾ ਜਿਹੜਾ ਮੰਤਰਾਲਾ ਖਾਲੀ ਪਿਆ, ਸਮਝ ਗਿਆ ਕਿ ਸਿੱਧੂ ਇਹਨੇ ਨੇ ਨਹੀਂ ਮੰਨਣੀ। ਦੋ ਗੱਲਾਂ ਸਪਸ਼ਟ ਹੋ ਗਈਆਂ, ਕੈਪਟਨ ਕਿਸੇ ਹਾਈ ਕਮਾਂਡ ਦੀ ਨਹੀਂ ਬਣਦਾ, ਤੇ ਦੂਜੀ ਗੱਲ ਇਹ ਸਪਸ਼ਟ ਹੋ ਗਈ ਕਿ ਸਿੱਧੂ ਸਮਝੌਤਾ ਕਰਨ ਨੂੰ ਤਿਆਰ ਨਹੀਂ। ਹੁਣ ਫਿਰ ਕੀ ਕੀਤਾ ਨਵਜੋਤ ਸਿੰਘ ਸਿੱਧੂ ਨੇ? ਹਰ ਰੋਜ਼ ਹੀ ਕੁਝ ਨਵਾਂ ਕਰਦੇ ਨੇ। ਹੁਣ ਇੱਕ ਨਵਾਂ ਗੱਲ ਕੀਤੀ, ਪਹਿਲਾਂ ਵੀ ਬਹੁਤ ਕੁਝ ਕੀਤਾ। ਪਹਿਲਾਂ ਕੀਤਾ ਪਾਰਟੀ ਦਾ ਜਾਂ ਸਰਕਾਰ ਦਾ ਨਹੀਂ, ਇੱਕ ਵਿਅਕਤੀ ਦਾ ਦੋਸ਼ ਹੈ। ਕਿਹੜੇ ਵਿਅਕਤੀ? ਕੈਪਟਨ ਸਾਹਿਬ ਦਾ, ਜਿਹੜਾ ਘਿਓ ਖਿਚੜੀ ਹੈ ਦੋਸ਼ੀਆਂ ਨਾਲ। ਦੋਸ਼ੀ ਕੌਣ ਨੇ? ਮੈਂ ਮੂੰਹੋਂ ਨਹੀਂ ਕਹਿਣਾ, ਬਿਲਕੁਲ ਤੁਹਾਨੂੰ ਵੀ ਪਤਾ ਹੈ। ਲੇਕਿਨ ਹੁਣ ਜਿਹੜਾ ਨਵਾਂ ਕੀਤਾ ਧਮਾਕਾ, ਉਹਦੇ ਚੋਂ ਕਹਿੰਦਾ ਹੈ ਕਿ ਤੁਸੀਂ ਆ ਜਿਹੜੀ ਆਤਰਲੰਦਾ ਦੇ ਮਗਰ ਪਏ ਹੋ ਜਾਂ ਲੀਗਲ ਟੀਮ ਦੇ ਮਗਰ ਪਏ ਹੋ, ਇਹ ਤਾਂ ਵਿਚਾਰੇ ਨੇ, ਇਹ ਤਾਂ ਪਿਆਦੇ ਨੇ ਚੈਸ ਦੀ ਖੇਡ ਦੇ ਵਿੱਚ। ਗੱਲ ਤਾਂ ਤੁਸੀਂ ਰਾਜੇ ਦੀ ਗੱਲ ਕਰੋ। ਗ੍ਰਹਿ ਮੰਤਰੀ ਕੌਣ ਹੈ? ਕਿ ਉਹਨੂੰ ਦਿਖਦਾ ਨਹੀਂ ਸੀ ਬੇਅਦਬੀ ਹੋਈ ਹੈ? ਉਹਦੇ ਲਈ ਬੇਅਦਬੀ ਅਹਿਮ ਨਹੀਂ। ਕੌਣ ਹੈ ਗ੍ਰਹਿ ਮੰਤਰੀ ਜੀ? ਕੈਪਟਨ ਸਾਹਿਬ। ਬਸ ਨਾਂ ਹੀ ਨਹੀਂ ਲਿਆ, ਗ੍ਰਹਿ ਮੰਤਰੀ ਕਹਿੰਦਾ। ਤੇ ਫਿਰ ਕਹਿੰਦੇ ਇਹਨੂੰ ਬਲੀ ਦਾ ਬੱਕਰਾ ਐਡਵੋਕੇਟ ਜਨਰਲ ਨੂੰ ਬਣਾਉਣ ਦਾ ਕੀ ਫਾਇਦਾ? ਸਮਾਂ ਜੇ ਇਹਨੂੰ ਬਲੀ ਦਾ ਬੱਕਰਾ ਬਣਾਓਗੇ, ਉਹਦੇ ਗਲੋਂ ਜ਼ਿੰਮੇਵਾਰੀ ਇਹਦੇ ਪਾ ਦੋਗੇ। ਇਹ ਜ਼ਿੰਮੇਵਾਰੀ ਤੋਂ ਕਿਉਂ ਭੱਜਣ ਦਿੰਦੇ ਉਹਨੂੰ? ਜਿਹੜੀ ਉਹ ਸਿੱਧੇ ਹੁਣ ਮੈਨੂੰ ਲੱਗਦਾ ਇੱਕ ਅੱਧੇ ਦਿਨ ਚ ਨਾਂ ਲੈ ਕੇ ਵੀ ਕੈਪਟਨ ਸਾਹਿਬ ਤੇ ਅਟੈਕ ਹੋਣਾ। ਤੇ ਇਹ ਸਾਰਾ ਕੁਝ ਜੋ ਚੱਲ ਰਿਹਾ ਨਾ, ਇਹਦੇ ਪਿੱਛੇ ਹੁਣ ਜਵਾਬ ਆ ਨਹੀਂ ਰਿਹਾ ਕੋਈ, ਔਰ ਰੌਲਾ ਪੈਣਾ ਸ਼ੁਰੂ ਹੋ ਗਿਆ। ਇਲੈਕਸ਼ਨ ਆਉਣੀ ਹੈ ਹੁਣ। ਤਾਂ ਫਿਰ ਕੈਪਟਨ ਸਾਹਿਬ ਜਾਂ ਕੈਪਟਨ ਸਾਹਿਬ ਦੇ ਕੁਝ ਹੋਰ ਬੰਦੇ ਜਿਹੜੇ ਉਹਨਾਂ ਨਾਲ ਨੇ, ਸੱਚਮੁੱਚ ਹੀ ਹੁਣ ਉਹ ਗੰਭੀਰ ਹੋਏ ਨੇ, ਸੋਚਣ ਲੱਗੇ ਨੇ ਕਿ ਹੋ ਕੀ ਰਿਹਾ। ਇਹ ਇੰਨਾ ਅਟੈਕ ਕਰ ਰਿਹਾ, ਇਹਨੂੰ ਕਿਵੇਂ ਚੁੱਪ ਕਰਾਈਏ? ਫਿਰ ਇੱਕ ਨੇ ਤਾਂ ਤਰੀਕਾ ਵਰਤਿਆ, ਰਾਜਕੁਮਾਰ ਵੇਰਕਾ ਨੇ ਤਾਂ ਚਿੱਠੀ ਲਿਖਤੀ ਹਾਈ ਕਮਾਂਡ ਨੂੰ। ਉਹ ਪਰ ਦੂਜੇ ਪਾਸੇ ਮੈਂ ਦੇਖ ਰਿਹਾ ਸੀ ਜਿੰਨਾ ਇਹ ਤਿੱਖਾ ਬੋਲਿਆ, ਉਹਨੇ ਰਵਨੀਤ ਬਿੱਟੂ ਤਿੱਖਾ ਬੋਲਿਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਿ ਆਪ ਇਹ ਰੌਲਾ ਪਾ ਰਿਹਾ। ਇਹਨੇ ਕੀਤਾ ਕੀ ਹੈ? ਸਿਰਫ ਟਵੀਟ ਕਰਨ ਤੋਂ ਬਿਨਾਂ ਰਹੋ। ਜਦੋਂ ਇਹ ਮੰਤਰੀ ਸੀ ਉਦੋਂ ਕੀ ਕੀਤਾ ਸੀ? ਦੇਖੋ ਸਿਆਸਤ ਹੈ, ਜਿਵੇਂ ਵੀ ਹੋਵੇ, ਲੇਕਿਨ ਨਵਜੋਤ ਸਿੰਘ ਸਿੱਧੂ ਜਿਹੜੇ ਸਵਾਲ ਖੜੇ ਕਰ ਰਹੇ ਹੈ, ਸੱਚਮੁੱਚ ਹੀ ਕੈਪਟਨ ਸਾਹਿਬ ਨੂੰ ਠਿੱਠ ਕਰ ਰਹੇ ਨੇ। ਔਰ ਉਹ ਜਿਹੜੇ ਕੈਪਟਨ ਸਾਹਿਬ ਨੂੰ ਸਵਾਲ ਦੁਖੀ ਕਰ ਰਹੇ ਨੇ, ਜਿਸ ਕਿਸਮ ਦੇ ਉਹ ਲੋਕਾਂ ਦੀ ਕਚਹਿਰੀ 'ਚ ਸਵਾਲ ਖੜੇ ਕਰ ਰਿਹਾ, ਲੋਕ ਕਨਵਿੰਸ ਹੋ ਰਹੇ ਨੇ ਕਿ ਜੀ ਕੋਈ ਤਾਂ ਐਡਵੋਕੇਟ ਵਾਲੀ ਗੱਲ 'ਚ ਵੀ ਤੁਸੀਂ, ਹਾਲਾਂਕਿ ਬਾਜਵਾ ਸਾਹਿਬ ਮਗਰ ਪਏ ਸੀ ਵੀ ਐਡਵੋਕੇਟ ਜਨਰਲ ਦੇ ਕਦੇ ਕੇਸ ਨਹੀਂ, ਲੇਕਿਨ ਉਹ ਕਹਿੰਦੇ ਐਡਵੋਕੇਟ ਜਨਰਲ ਕੌਣ ਹੁੰਦਾ ਹੈ? ਉਹ ਤਾਂ ਪਿਆਦਾ ਹੈ, ਜੋ ਕੈਪਟਨ ਸਾਹਿਬ ਕਹਿੰਦੇ ਨੇ ਉਹੀ ਹੁੰਦਾ ਹੈ। ਸੋ ਗ੍ਰਹਿ ਮੰਤਰੀ ਹੁਣ ਹੌਲੀ ਹੌਲੀ ਮੁੱਖ ਮੰਤਰੀ ਤੇ ਵੀ ਗੱਲ ਆ ਜੂਗੀ। ਇਹ ਤਾਂ ਹੈ ਇੱਕ ਖਬਰ, ਇਹ ਤੇ ਵੀ ਜ਼ਿਕਰ ਅੱਗੇ ਜਾ ਕੇ ਕੀਤਾ ਜਾ ਸਕਦਾ, ਲੇਕਿਨ ਅਗਲੀ ਖਬਰ ਇਹ ਤੋਂ ਜ਼ਿਆਦਾ ਇੰਪੋਰਟੈਂਟ ਪੰਜਾਬ ਦੇ ਹਵਾਲੇ ਨਾਲ ਉਹ ਕੀ ਹੈ? ਜਿਹੜੀ ਹਾਈ ਕੋਰਟ ਨੇ ਫੈਸਲਾ ਦੇਣਾ ਸੀ, ਜਿਹੜੀ ਜੱਜਮੈਂਟ ਦੇਣੀ ਸੀ ਕੋਰਟ ਨੇ, ਉਹ ਦੇਤੀ ਹੈ। ਔਰ 69 ਪੰਨਿਆਂ ਦੀ ਜੱਜਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਖੁਸ਼ੀ ਸੁਖਬੀਰ ਸਿੰਘ ਬਾਦਲ ਨੂੰ ਹੋਣੀ ਚਾਹੀਦੀ ਹੈ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਹੋਣੀ ਚਾਹੀਦੀ ਹੈ, ਜਿਨ੍ਹਾਂ ਨੂੰ ਕੋਰਟ ਨੇ ਪੂਰੀ ਕਲੀਨ ਚਿੱਟ ਦੇਤੀ ਕਿ ਕੋਟਕਪੂਰਾ ਗੋਲੀकांड 'ਚ ਉਹਨਾਂ ਦਾ ਕੋਈ ਹੱਥ ਨਹੀਂ ਸੀ। ਤੇ ਸਭ ਤੋਂ ਜ਼ਿਆਦਾ ਉਂਗਲ, ਸਭ ਤੋਂ ਜ਼ਿਆਦਾ ਸਖਤ ਟਿੱਪਣੀਆਂ, ਸਭ ਤੋਂ ਜ਼ਿਆਦਾ ਜਿਹੜਾ ਕਲਪ੍ਰਿਟ ਨਿਕਲਦਾ ਇਸ ਰਿਪੋਰਟ 'ਚੋਂ, ਉਹ ਕੰਵਰ ਵਿਜੇ ਪ੍ਰਤਾਪ ਸਿੰਘ ਨਿਕਲਦਾ।
ਜਿੱਤੇ ਇੰਨੀਆਂ ਸਖਤ ਟਿੱਪਣੀਆਂ ਕੀਤੀਆਂ ਨੇ, ਤੇ ਜੇ ਉਹਨੇ ਰਿਜ਼ਾਈਨ ਨਾ ਵੀ ਕੀਤਾ ਹੁੰਦਾ ਤਾਂ ਰਿਜ਼ਾਈਨ ਮੰਗ ਲੈਣਾ ਸੀ ਕੋਰਟ ਦੀ ਇਸ ਜੱਜਮੈਂਟ ਤੋਂ ਬਾਅਦ। ਸ਼ਾਇਦ ਇਹ ਗੱਲ ਕੁੰਵਰ ਵਿਜੇ ਪ੍ਰਤਾਪ ਨੂੰ ਪਤਾ ਸੀ, ਜਿਹੜਾ ਪਹਿਲੇ ਹੀ ਰਿਜ਼ਾਈਨ ਕਰ ਗਿਆ। ਕੀ ਕਿਹਾ? ਉਹ ਕਹਿੰਦੇ ਇਸ ਅਫਸਰ ਨੇ ਜਿਹੜਾ, ਇੱਕ ਤਾਂ ਇਹ ਅਫਸਰ ਬਿਲਕੁਲ ਉਲਾਰ ਹੋ ਕੇ ਚੱਲਿਆ, ਆਪਣੀ ਪੋਜੀਸ਼ਨ ਨੂੰ ਮਿਸਯੂਜ਼ ਕੀਤਾ, ਇਹਦੇ ਕਾਲਪਨਿਕ ਜਿਹੜੀ ਹੈ ਥਿਉਰੀ ਘੜੀ, ਸਬੂਤਾਂ ਤੋਂ ਬਿਨਾਂ ਇਹਨੇ ਗੱਲ ਕੀਤੀ। ਔਰ ਉਹ ਕਹਿੰਦਾ ਇਹ ਜਿਹੜਾ ਹੈ ਇਹ ਬੰਦੇ ਨੇ ਜਿਹੜੀ ਫਸਾਉਣ ਲਈ ਜਿਹੜੀ ਗੱਲ ਕੀਤੀ ਹੈ, ਜਿਨ੍ਹਾਂ ਦਾ ਬਾਦਲ ਤੇ ਉਹਨਾਂ ਦੇ, ਉਹਦੇ ਕੋਲ ਕੋਈ ਸਬੂਤ ਨਹੀਂ, ਸਿਰਫ ਇਹਨੇ ਫੋਨ ਕਾਲ ਲਏ, ਹੋਰ ਕੋਈ ਸਬੂਤ ਨਹੀਂ ਇਕੱਠੇ ਕੀਤੇ। ਜਿਹੜੇ ਪੁਲਿਸ ਵਾਲੇ ਜ਼ਖਮੀ ਹੋਏ ਉਹਨਾਂ ਦਾ ਕਿਸੇ ਦਾ ਬਿਆਨ ਨਹੀਂ ਲਿਆ। ਤੋ ਇਹ ਜਿਹੜੀ ਗੱਲ ਹੈ, ਪੁਲਿਸ ਵਾਲੇ ਵੀ ਤਾਂ ਜ਼ਖਮੀ ਹੋਏ ਸੀ, ਉਹਨਾਂ ਦੇ ਬਿਆਨ ਕਿਉਂ ਨਹੀਂ ਲਏ? ਜਿਹੜੀ ਐਡੇ ਵੱਡੇ ਸਵਾਲ ਖੜੇ ਕਰਤੇ ਕੁੰਵਰ ਵਿਜੇ ਪ੍ਰਤਾਪ ਤੇ, ਔਰ ਕਲੀਨ ਚਿੱਟ ਦੇਤੀ। ਇਹ ਜਿਹੜਾ ਹੈ, ਇਹਦੇ ਵਿੱਚ ਮੈਂ ਸਮਝਦਾ ਕਿ ਹੁਣ ਹੋਰ ਕੰਟਰੋਵਰਸੀ ਸ਼ੁਰੂ ਹੋਣੀ ਹੈ। ਉਹਦੇ ਹੋਰ ਵੀ ਕਾਰਨ ਹੈ ਕਿ ਸਿੱਟ ਵੀ ਬਣਾਤੀ। ਹੁਣ ਇਹ 'ਚ 3 ਅਫਸਰ ਹੋਣਗੇ ਹਾਈ ਕੋਰਟ ਕਹਿੰਦੀ, ਤੇ ਹੁਣ ਨਾ ਤਾਂ ਉਹ ਪੁਲਿਸ ਦੇ ਕਿਸੇ ਅਫਸਰ ਨੂੰ, ਨਾ ਹੀ ਉਹ ਸਰਕਾਰ ਨੂੰ ਕੋਈ ਦੋਨੇ ਦਖਲ ਨਹੀਂ ਦੇ ਸਕਣਗੇ, ਸਿੱਧਾ ਮੈਜਿਸਟ੍ਰੇਟ ਨਾਲ ਹੀ ਉਹਦੀ ਗੱਲ ਹੋਏਗੀ। ਸੋ ਪੰਜਾਬ ਦੇ ਵਿੱਚ ਜਿਸ ਕਿਸਮ ਦੇ ਇਹ ਸਿਆਸਤ ਚੱਲ ਰਹੀ ਹੈ, ਇਹਦੇ ਹੁਣ ਆਉਣ ਵਾਲੇ ਟਾਈਮ 'ਚ ਪਾਉਣਾ ਬਹੁਤ ਵੱਡਾ ਅਸਰ। ਦੇਖਦੇ ਹਾਂ ਕਿੰਨਾ ਕੁ ਅਸਰ ਪੈਂਦਾ ਹੈ। ਵੈਸੇ ਜਿਸ ਤਰੀਕੇ ਨਾਲ ਇਹ ਕੁੰਵਰ ਵਿਜੇ ਪ੍ਰਤਾਪ ਤੇ ਟਿੱਪਣੀਆਂ ਹੋਈਆਂ ਨੇ, ਉਹਦਾ ਜਵਾਬ ਹੁਣ ਆਪ ਦਿਓ। ਕੱਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਨੇ ਉਹਨੂੰ ਲਾਇਸੈਂਸ ਦਿੱਤਾ, ਸਿਰਫ ਲਾਇਸੈਂਸ ਨਹੀਂ ਦਿੱਤਾ ਉਹਨੂੰ, ਉਹ ਵੀ ਬਣਾਤਾ ਆਪਣਾ ਜਿਹੜਾ ਹੈ ਅਨੁਸ਼ਾਸਨ ਕਮੇਟੀ ਦਾ ਮੈਂਬਰ। ਹੁਣ ਹਾਈ ਕੋਰਟ ਦਾ ਵਕੀਲ ਬਣ ਗਏ ਕੁੰਵਰ ਵਿਜੇ ਪ੍ਰਤਾਪ। ਆਪਾਂ ਖਬਰਾਂ ਦਾ ਸਿਲਸਿਲਾ ਜਾਰੀ ਰੱਖਣਾ, ਪਰ ਜਿਹੜਾ ਹੁਣ ਬ੍ਰੇਕ ਦਾ ਟਾਈਮ ਹੋ ਰਿਹਾ, ਬਸ ਕੁਝ ਖਬਰਾਂ ਜਿਹੜੀਆਂ ਨੇ, ਜਿਵੇਂ ਭਾਰਤੀਆਂ ਤੇ ਸਭ ਨੇ ਪਾਬੰਦੀ ਲਾਤੀ, ਕਿਹਨੇ ਕਿਹੜੇ ਪਾਬੰਦੀ ਲਾਈ ਹੈ ਇਹ ਦੱਸਾਂਗੇ। ਤੇ ਚੰਡੀਗੜ੍ਹ ਦੇ ਵਿੱਚ ਇੱਕ ਬੜੇ ਇੰਟਰਸਟਿੰਗ ਜੀ ਖਬਰ ਹੈ ਕਿ ਇੱਕ ਨੰਬਰ ਜਿਹੜਾ ਹੈ 13-14 ਲੱਖ ਦਾ ਵਿਕਿਆ, ਕਿਉਂ ਵਿਕਿਆ ਇਹਦੀ ਵੀ ਗੱਲ ਕਰਾਂਗੇ। ਪੰਜਾਬ ਦੀਆਂ ਮੰਡੀਆਂ 'ਚ ਕੀ ਹੋ ਰਿਹਾ ਹੈ, 6800 ਕਰੋੜ ਦੀ ਅਦਾਇਗੀ ਹੋਈ ਹੈ, ਕਿੰਨੀ ਕੁ ਕਣਕ ਆਈ ਹੈ, ਇਹ ਸਾਰੀਆਂ ਗੱਲਾਂ ਕਰਨੀਆਂ ਨੇ। ਲੇਕਿਨ ਇੱਕ ਬ੍ਰੇਕ ਲੈ ਲਈਏ ਪਹਿਲਾਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੇ ਜਾਣ ਤੋਂ ਪਹਿਲਾਂ ਯਾਦ ਕਰਾਵਾਂ, 12 ਵਜੇ ਤੁਸੀਂ ਸਾਰਾ ਪ੍ਰੋਗਰਾਮ ਦੁਬਾਰਾ ਦੇਖ ਸਕਦੇ ਹੋ, YouTube, Facebook ਇਹ ਤੇ ਵੀ ਦੇਖ ਸਕਦੇ ਹੋ। ਪੌਡਕਾਸਟ ਹੁੰਦੇ ਜਿਹੜੇ ਗੂਗਲ, ਐਪਲ ਤੇ ਹੋਰ, ਉਹਨਾਂ ਤੇ ਤੁਸੀਂ ਪੰਜਾਬੀ ਨਿਊਜ਼ ਬਾਈ ਡਾਕਟਰ ਰਜਿੰਦਰ ਵਾਲੀਆ ਕਰਕੇ ਭਰੋਗੇ ਤਾਂ ਤੁਸੀਂ ਸੁਣ ਸਕੋਗੇ। ਲੈਂਦੇ ਆ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਦੇਖੋ, ਅਮਰੀਕਾ ਬਾਰੇ ਤਾਂ ਕਹਿਦੇ ਕੀ ਹੈ, ਜਦੋਂ ਟਰੰਪ ਸਾਹਿਬ ਨੇ ਆਉਣਾ ਸੀ, ਅਸੀਂ ਲਾਕਡਾਊਨ ਵੀ ਜਿਹੜਾ ਹੈ ਉਹ ਬੜੀ ਦੇਰੀ ਨਾਲ ਲਾਇਆ। ਭਾਵੇਂ ਇੱਕ ਹੋਰ ਵੀ ਸਾਡੇ ਕੋਲ ਮਸਲਾ ਸੀ ਕਿ ਮੱਧ ਪ੍ਰਦੇਸ਼ ਦੀ ਸਰਕਾਰ ਤੋੜਨੀ ਸੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਸੀ, ਉਹ ਛੱਡੀਏ। ਪਰ ਉਹ ਪੰਜਾਬੀ 'ਚ ਕਹਿੰਦੇ ਨੇ ਨਾ ਕਿ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਅਮਰੀਕਾ ਤਾਂ ਪਹਿਲਾਂ ਹੀ ਮੈਦਾਨ ਛੱਡ ਕੇ ਭੱਜ ਗਿਆ ਟਰੰਪ ਜਦੋਂ ਚਲਿਆ ਗਿਆ, ਤੇ ਉਸ ਤੋਂ ਬਾਅਦ ਹੁਣ ਉਹ ਕਹਿੰਦੇ ਅਸੀਂ ਆਪਣੇ ਆਪ ਨੂੰ ਬਚਾਉਣਾ, ਨਾ ਅਸੀਂ ਤੁਹਾਨੂੰ ਕੋਈ ਕੱਚਾ ਮਾਲ ਦੇਣਾ ਤੇ ਨਾ ਹੀ ਤੁਹਾਡੇ ਬੰਦੇ ਨੂੰ ਹੁਣ ਅਸੀਂ ਅਮਰੀਕਾ 'ਚ ਉਤਰ ਦੇਣਾ, ਜਿੰਨਾ ਚਿਰ ਤੁਸੀਂ ਇਹਨੂੰ ਨਹੀਂ ਸੰਭਾਲ ਸਕਦੇ। ਜਿਹੜਾ ਆਤਮ ਨਿਰਭਰ ਭਾਰਤ ਬਣ ਰਿਹਾ ਸੀ ਉਹਦੇ ਕਰੋਨਾ ਨੂੰ। ਸੋ ਕੈਨੇਡਾ ਨੇ, ਅਮਰੀਕਾ ਨੇ, ਜਿੱਥੇ ਪੰਜਾਬੀ ਜਾਣਾ ਚਾਹੁੰਦੇ ਨੇ, ਆਸਟ੍ਰੇਲੀਆ ਨੇ, ਹੋਰ ਤਾਂ ਹੋਰ ਓਮਾਨ ਨੇ ਵੀ, ਸਿੰਗਾਪੁਰ ਨੇ, UAE ਨੇ, ਭਾਈ ਬਾਕੀ ਛੱਡੋ, ਪਾਕਿਸਤਾਨ ਨੇ ਵੀ, ਨਿਊਜ਼ੀਲੈਂਡ, ਹਾਂਗਕਾਂਗ, ਬ੍ਰਿਟੇਨ, ਕੋਈ ਤਾਂ ਐਸਾ ਵੱਡਾ ਕੰਟਰੀ ਹੋਵੇ ਜਿੱਥੇ ਪੰਜਾਬ ਜਾਂ ਜਿੱਥੇ ਇੰਡੀਅਨ ਜਾਣਾ ਚਾਹੁੰਦੇ ਹੋਣ, ਉੱਥੇ ਉਹਨਾਂ ਦੀ ਐਂਟਰੀ ਹੋਵੇ। ਸਭ ਨੇ ਐਂਟਰੀ ਬੈਨ ਕਰਤੀ, ਭਾਰਤੀਆਂ ਦੇ ਜਹਾਜ਼ ਨੂੰ ਉੱਥੇ ਨਹੀਂ ਜਾ ਸਕਣਗੇ। ਸੋ ਇਸ ਹਾਲਾਤ ਦੇ ਵਿੱਚ ਕਿੰਨੇ ਲੋਕ ਜਿਹੜੇ ਕੈਨੇਡਾ ਜਾਣ ਨੂੰ ਬੈਠੇ ਸੀ,
ਰੌਲਾ ਰੱਪਾ ਪੈ ਰਿਹਾ ਸੀ ਪਿੱਛੇ ਜੇ ਰਾਜਾ ਸੰਸੀਏ ਤੁਸੀਂ ਦੇਖਿਆ ਕਿਵੇਂ ਰੌਲਾ ਪਿਆ ਸੀ। ਹੁਣ ਕੈਨੇਡਾ ਕਹਿੰਦਾ ਨਹੀਂ, ਹਾਲ ਦੀ ਘੜੀ 30 ਦਿਨ ਲਈ, ਉਸ ਤੋਂ ਬਾਅਦ 30 ਅਪ੍ਰੈਲ ਤੋਂ ਬਾਅਦ ਫਿਰ ਦੇਖਾਂਗੇ ਕੀ ਬਣਦਾ। ਇਹ ਤਾਂ ਹਾਲਾਤ ਨੇ ਸਾਡੇ, ਦੁਨੀਆ ਨਾਲੋਂ ਸਾਡਾ ਦੇਸ਼ ਬਿਲਕੁਲ ਅਲੱਗ ਥਲੱਗ ਹੋ ਗਿਆ। ਕਾਰਨ ਬੜਾ ਸਪਸ਼ਟ ਕਿ ਅਸੀਂ ਕਰੋਨਾ ਨੂੰ ਕੰਟਰੋਲ ਕਰਨ ਦੀ ਬਜਾਏ ਅਸੀਂ ਦੇਸ਼ ਨੂੰ ਕੰਟਰੋਲ ਕਰਨ ਵੱਲ ਨੂੰ ਲੱਗੇ ਸੀ, ਤੇ ਹੁਣ ਦੇਖਦੇ ਆ ਕਿਹਨੂੰ ਕਿੰਨਾ ਕੁ ਚਿਰ ਅਸੀਂ ਇਹਨੂੰ ਜਿਹੜਾ ਹੈ ਕੰਟਰੋਲ ਕਰਦੇ ਆ ਜਾਂ ਹੋਰ ਕਿੰਨਾ ਕੁ ਨੁਕਸਾਨ ਹੁੰਦਾ ਹੈ। ਆਪਾਂ ਅੱਗੇ ਵਧੀਏ। ਦੇਖੋ, ਇੱਕ ਗੱਲ ਬੜੀ ਸਪਸ਼ਟ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ ਵੀ ਆਉਂਦੀ ਰਹੀ ਹੈ, ਦੂਜੀ ਵਾਰ ਹੈ, ਤੇ 9 ਸਾਲਾਂ 'ਚ ਇੱਕ ਗੱਲ ਤਾਂ ਬੜੀ ਵਧੀਆ ਰਹੀ ਕਿ ਕਣਕ ਦੀ ਫਸਲ ਜਦ ਮੰਡੀਆਂ 'ਚ ਜਿਹੜੀ ਫਸਲ ਝੋਨਾ ਹੋਵੇ, ਕਣਕ ਹੋਵੇ, ਉਹ ਸਹੀ ਤਰੀਕੇ ਨਾਲ ਚੱਕੀ ਜਾਂਦੀ ਰਹੀ। ਇਹ ਤਾਂ ਆਪਾਂ ਦੇਖਿਆ, ਔਰ ਉਹਨਾਂ ਦੀ ਅਦਾਇਗੀ ਵੀ ਠੀਕ ਹੁੰਦੀ ਰਹੀ। ਪਰ ਇਸ ਵਾਰ ਪਹਿਲਾਂ ਅਦਾਇਗੀ ਦੇ ਨਾਂ ਤੇ ਫਿਰ ਬਾਰਦਾਨੇ ਦੇ ਨਾਂ ਤੇ ਫਿਰ ਕੁਝ ਮੌਸਮ ਨੇ ਖਰਾਬੀ ਕਰਨੀ ਸ਼ੁਰੂ ਕੀਤੀ। ਹੁਣ ਮੰਡੀਆਂ ਦੇ ਵਿੱਚ ਇਸ ਕਰੋਨਾ ਦੇ ਹਾਲਾਤ ਦੇ ਵਿੱਚ ਸੱਚਮੁੱਚ ਹੀ ਕਈ ਥਾਵਾਂ ਤੇ ਕਿਸਾਨ ਕਾਫੀ ਦਿਨਾਂ ਤੋਂ ਰੁਲ ਰਿਹਾ। ਕਾਰਨ ਇੱਕ ਹੋਰ ਵੀ ਹੋ ਸਕਦਾ ਹੈ ਕਿ ਇਸ ਵਾਰ 10 ਦਿਨ ਜਿਹੜੀ ਲੇਟ ਸ਼ੁਰੂ ਕੀਤੀ ਤੇ ਉਹ ਰਸ਼ ਜ਼ਿਆਦਾ ਪੈ ਗਿਆ। ਬਦਲ ਕਣਕ ਦਾ ਆਉਣਾ ਜਿਹੜਾ ਹੈ, ਕਈ ਵਾਰੀ ਕੀ ਹੁੰਦਾ ਕਿ ਲਿਫਟਿੰਗ ਹੋ ਗਈ, ਉਦੋਂ ਬਾਅਦ ਹੋਰ ਕਣਕ ਆ ਗਈ। ਹੁਣ ਕਣਕ ਹੀ ਜਦੋਂ ਇੰਨੀ ਜ਼ਿਆਦਾ ਆ ਜੇ ਤੇ ਫਿਰ ਜਿਵੇਂ ਕੱਲ ਦੱਸਿਆ ਕਿ 6 ਗੁਣਾ ਜ਼ਿਆਦਾ ਕਣਕ ਆ ਗਈ, ਤਾਂ ਉਹਦਾ ਪ੍ਰੋਬਲਮ ਤਾਂ ਆਉਣੀ ਸੀ ਤੇ ਆ ਰਹੀ ਹੈ। ਕੱਲ ਤੱਕ 75,17,000 ਮੈਟ੍ਰਿਕ ਟਨ ਕਣਕ ਆ ਚੁੱਕੀ ਸੀ, ਤੋਂ 6800 ਕਰੋੜ ਦੀ ਅਦਾਇਗੀ ਹੋ ਚੁੱਕੀ ਸੀ। ਇਹ ਸਾਰੀਆਂ ਗੱਲਾਂ ਠੀਕ ਨੇ, ਲੇਕਿਨ ਬਾਰਦਾਨਾ ਹੁਣ ਤਾਂ ਯੂਜ਼ਡ ਵੀ ਵਰਤ ਰਹੇ, ਇਸ ਦੇ ਬਾਵਜੂਦ ਕਮੀ, ਲਿਫਟਿੰਗ ਕਿਉਂ ਨਹੀਂ ਹੋ ਰਹੀ? ਇਹ ਕਈ ਸਵਾਲ ਨੇ ਜਿਹੜੇ ਤੰਗ ਕਰਦੇ ਨੇ। ਪਰ ਇੱਕ ਤਸੱਲੀ ਵਾਲੀ ਗੱਲ ਹੈ, ਪਿਛਲੇ ਸਾਲ ਵੀ ਦੇਖੀ ਸੀ, ਹੁਣ ਵੀ ਦੇਖੀ ਹੈ ਕਿ ਐਡੀ ਇੱਕੋ ਦਮ ਕਣਕ ਆਉਣ ਦੇ ਬਾਵਜੂਦ ਜਿਹੜੀ ਕਰੋਨਾ ਦੇ ਹਵਾਲੇ ਨਾਲ ਜਿਹੜਾ ਦੇਸ਼ ਇੰਨਾ ਸਹਿਮਿਆ ਹੋਇਆ, ਉਹਦੇ ਵਿੱਚ ਵੀ ਕਰੋਨਾ ਦੇ ਪੋਜ਼ਿਟਿਵ ਕੇਸ ਨਹੀਂ ਆ ਰਹੇ, ਇੰਨਾ ਬਚਾਅ ਜ਼ਰੂਰ ਹੋ ਰਿਹਾ ਹੈ। ਇਹ ਆਪਾਂ ਦੇਖਿਆ। ਕੈਪਟਨ ਸਾਹਿਬ ਵੈਸੇ ਇਹ ਵੀ ਕਹਿ ਰਹੇ ਨੇ ਕਿ ਮੈਂ ਹੁਣ ਕਰੋਨਾ ਨੂੰ ਨਜਿੱਠਣ ਲਈ ਹੋਰ ਡਾਕਟਰ ਤੇ ਹੋਰ ਨਰਸਾਂ ਭਰਤੀ ਕਰ ਰਿਹਾ। ਉਹਨਾਂ ਨੇ ਕੱਲ ਆਰਡਰ ਕੀਤਾ ਕਿ 400 ਨਰਸਾਂ ਇਮੀਡੀਏਟ ਰੱਖ ਲਓ, 140 ਜਿਹੜੇ ਲੈਬ ਟੈਕਨੀਸ਼ੀਅਨ ਉਹ ਰੱਖ ਲਓ। ਚੰਗੀ ਗੱਲ ਹੈ, ਜੇ ਪਹਿਲਾਂ ਰੱਖੇ ਜਾਂਦੇ ਤਾਂ ਹੋਰ ਵਧੀਆ ਸੀ, ਪਰ ਪਹਿਲਾਂ ਕਿਉਂ ਰੱਖਦੇ? ਇਲੈਕਸ਼ਨ ਤਾਂ ਹੋਣਾ, ਇਹ ਸਾਰਾ ਕੁਝ ਤਾਂ ਆਪਾਂ ਇਲੈਕਸ਼ਨ ਈਅਰ 'ਚ ਕਰਨਾ ਹੁੰਦਾ ਨਾ, ਇਸ ਕਰਕੇ ਇਹ ਹੁਣ ਰੱਖੇ ਜਾ ਰਹੇ। ਅੱਗੇ ਵਧਦੇ ਆ। ਦੇਖੋ, ਲੋਕ ਭੁੱਖੇ ਮਰ ਰਹੇ ਨੇ, ਲੋਕਾਂ ਨੂੰ 5-5 ਕਿਲੋ ਅਨਾਜ ਦਿੱਤਾ ਜਾ ਰਿਹਾ ਹੈ, ਔਰ 80 ਕਰੋੜ ਲੋਕ ਸਾਡੇ ਦੇਸ਼ ਦੀ ਆਬਾਦੀ ਦੇਖੋ ਜਿਹੜੀ ਸਿਰਫ ਸਰਕਾਰੀ ਅਨਾਜ ਤੇ ਹੁਣ 2 ਮਹੀਨੇ ਕੱਟੂਗੀ, ਤੇ ਦੂਜੇ ਪਾਸੇ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ। ਇਹ ਵੀ ਦੇਖ ਲੈਂਦੇ ਆ। ਅਸੀਂ ਆਪਦੇ ਇਹੋ ਜਿਹੇ ਸ਼ੌਕ ਪਾਲ ਰੱਖੇ ਨੇ ਜਿਨ੍ਹਾਂ ਦਾ ਮਤਲਬ ਕੁਛ ਨਹੀਂ, ਪਰ ਸ਼ੌਕ ਦਾ ਕੀ ਮਤਲਬ ਹੁੰਦਾ? ਪੈਸਾ ਕਿਤੇ ਖਰਚਣਾ ਵੀ ਹੈ, ਪੈਸਾ ਤਾਂ ਦੋ ਥਾਂ ਤੇ ਖਰਚਿਆ ਜਾ ਸਕਦਾ, ਜਾਂ ਲੋਕਾਂ ਦੀ ਸੇਵਾ 'ਚ, ਜਿਵੇਂ SP ਸਿੰਘ ਉਬਰਾਏ ਲੱਗਿਆ ਹੋਇਆ, ਅੱਜ ਜਿਵੇਂ ਹੁਣ ਆਕਸੀਜਨ ਜਿਹੜੀ ਹੈ ਦੇਣ ਲੱਗੇ ਨੇ। ਔਰ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਜੀ ਅਸੀਂ ਤਾਂ ਜਿਹੜਾ ਸਚਦੇਵਾ ਕਹਿੰਦਾ ਆਪਦਾ ਦਸਵੰਧ ਇਹਨੂੰ ਸਮਝ ਕੇ ਕੱਢ ਰਹੇ ਆ। ਇੱਕ ਤਾਂ ਇਹ ਤਰੀਕਾ ਹੁੰਦਾ, ਦੂਜਾ ਫੁਕਰੇਬਾਜ਼ੀ ਦਾ ਵੀ ਹੁੰਦਾ, ਤੁਸੀਂ ਲੋਕਾਂ 'ਚ ਦਿਖਾਉਣਾ। ਐਨੀਵੇ, ਮੈਂ ਜਿਹੜੀ ਗੱਲ ਕਰ ਰਿਹਾ ਸੀ, ਇਹਨੂੰ ਪ੍ਰਮੋਟ ਵੀ ਕਰਦੀ ਹੈ ਨਾ, ਸਾਡੀ ਸਰਕਾਰਾਂ ਵੀ ਤਾਂ ਪ੍ਰਮੋਟ ਕਰਦੀਆਂ ਨੇ, ਉਹਨਾਂ ਨੂੰ ਪੈਸਾ ਚਾਹੀਦਾ। ਹੁਣ ਚੰਡੀਗੜ੍ਹ UT ਹੈ ਜਿਹੜੀ, ਮੈਂ ਤਾਂ ਹੁਣ ਚੰਡੀਗੜ੍ਹ ਪੰਜਾਬ ਤਾਂ ਕਹਿ ਨਹੀਂ ਸਕਦਾ, ਭਾਵੇਂ ਕਦੇ ਕਦੇ ਮਨੋਂ ਨਿਕਲਦਾ ਵੀ ਇਹਨੂੰ ਆਪਾਂ ਕਹੀਏ ਕਿ ਸਾਡੀ ਰਾਜਧਾਨੀ। ਸੋ UT ਪ੍ਰਸ਼ਾਸਨ ਨੇ ਕੀ ਕੀਤਾ ਕਿ ਉੱਥੇ ਜਿਹੜਾ RLA ਹੁੰਦਾ ਹੈ, ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ, ਉਹ ਇਹ ਕਹਿੰਦੀ ਹੈ ਕਿ ਪੈਸੇ ਇਕੱਠੇ ਕਰ ਲਈਏ ਥੋੜੇ ਬਹੁਤੇ। ਉਹ ਫੈਂਸੀ ਨੰਬਰ ਦੀ ਬੋਲੀ ਲਾਉਂਦੇ ਨੇ, ਜਿਹੜੀਆਂ ਕਾਰਾਂ ਨਵੀਆਂ ਨੇ, ਜਦੋਂ ਨਵਾਂ ਨੰਬਰ ਆਉਂਦਾ ਤੇ ਫਿਰ ਉਹਦੀ ਬੋਲੀ ਲਾਉਂਦੇ ਨੇ। ਹੁਣ ਕੱਲ ਮੈਂ ਦੇਖ ਰਿਹਾ ਸੀ, ਉਹਨਾਂ ਨੇ ਇਹ ਦੱਸਿਆ ਕਿ 1 ਕਰੋੜ 15 ਲੱਖ ਰੁਪਏ ਸਿਰਫ ਨੰਬਰਾਂ ਤੋਂ ਕਮਾਏ। ਤਾਂ ਇੱਕ ਨੰਬਰ ਜਿਹੜਾ ਸਭ ਤੋਂ ਜ਼ਿਆਦਾ ਵਿਕਿਆ
ਉਹ ਸੀ 0001, ਯਾਨੀ 13,18,000 ਦੇ ਵਿੱਚ ਇਹ ਨੰਬਰ ਕੋਈ ਹਰਤਿੰਦਰ ਸਿੰਘ ਹੈ, ਉਹਦੀ ਲੈਂਡ ਕਰੂਜ਼ਰ ਕਾਰ ਹੈ, ਉਹਦੇ ਲਈ ਖਰੀਦਿਆ। ਕਿਆ ਬਾਤ ਕਰਤੀ ਜੀ, ਦਿਖਾਓ ਲੋਕਾਂ ਨੂੰ। ਐਂ 0009 5,75,000 ਦਾ ਵਿਕਿਆ, 0002 ਇਹ 3,31,000 ਦਾ ਵਿਕਿਆ। ਯਾਨੀ ਜਿਸ ਦੇਸ਼ ਦੇ ਵਿੱਚ ਲੋਕਾਂ ਨੂੰ ਖਾਣ ਨੂੰ ਰੋਟੀ ਨਾ ਹੋਵੇ, ਉਸ ਦੇਸ਼ ਦੇ ਵਿੱਚ ਸਿਰਫ ਦਿਖਾਵੇ ਤੇ ਕਿੰਨਾ ਪੈਸਾ ਖਰਚ ਹੁੰਦਾ ਹੈ ਤੇ ਕਿੰਨੇ ਕੁ ਲੋਕ ਇਹ ਜਿਹਾ ਕਰ ਸਕਦੇ ਨੇ, ਇਹ ਤੁਹਾਡੇ ਸਾਹਮਣੇ ਹੈ। ਇਹ ਖਬਰ ਦਾ ਮਤਲਬ ਇਹ ਹੈ। ਤਾਂ ਹੁਣ ਇੱਕ ਖਬਰ ਆਪਾਂ, ਇਹ ਕੈਪਟਨ ਸਾਹਿਬ ਨਾਲ ਸੰਬੰਧਿਤ, ਇਹ ਪੰਜਾਬ ਨਾਲ ਸੰਬੰਧਿਤ, ਇਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਨਾਲ ਸੰਬੰਧਿਤ, ਕਿਉਂਕਿ ਇਹ ਸੰਬੰਧਿਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ। 400ਵਾਂ ਉਹਨਾਂ ਦਾ ਪ੍ਰਕਾਸ਼ ਪੁਰਬ ਹੈ, ਔਰ ਪਹਿਲਾਂ ਪੂਰੀਆਂ ਤਿਆਰੀਆਂ ਕੀਤੀਆਂ ਸੀ ਕਿ ਆਪਾਂ ਬਹੁਤ ਵੱਡੀ ਪੱਧਰ ਤੇ ਸਭ ਨੇ ਮਨਾਉਣਾ ਹੈ, ਔਰ ਉੱਤੇ ਮੋਦੀ ਸਾਹਿਬ ਨੇ ਵੀ ਕਿਹਾ ਸੀ ਮਨਾਉਣਾ। ਉਹਨਾਂ ਨੇ ਇੱਕ ਕਮੇਟੀ ਦੀ ਮੀਟਿੰਗ ਵੀ ਤੁਹਾਡੇ ਯਾਦ ਹੋ ਪਿੱਛੇ ਜੇ ਕੀਤੀ ਸੀ। ਤਾਂ ਹੁਣ ਕਿਉਂਕਿ ਕਰੋਨਾ, ਇਸ ਕਰਕੇ ਫੈਸਲਾ ਸਹੀ ਕੀਤਾ। ਕੀ ਕੀਤਾ ਕੈਪਟਨ ਸਾਹਿਬ ਕਹਿੰਦੇ ਕਿ ਮਨਾਵਾਂਗੇ ਪਰ ਵਰਚੁਅਲੀ ਮਨਾਵਾਂਗੇ, ਤੇ ਤੁਸੀਂ ਘਰ ਬੈਠ ਕੇ ਸਿੱਧਾ ਪ੍ਰਸ਼ਾਸਨ ਦੇਖਿਓ। ਇਹ ਚੰਗੀ ਗੱਲ ਹੈ, ਮੈਂ ਸਮਝਦਾ। ਚਾਹੇ ਉਹ ਬੀਬੀ ਜਗੀਰ ਕੌਰ ਨੇ, ਚਾਹੇ ਇਹਨਾਂ ਨੇ ਕੀਤਾ ਕਿ ਘਰ ਬੈਠ ਕੇ ਅਰਦਾਸ ਕਰੋ। ਮੈਂ ਤਾਂ ਬਲਕਿ ਉਲਟ ਕਹਿਣਾ ਕਿ ਜਿਹੜੇ ਆਹ ਟੈਂਟ ਲਾਉਣੇ ਸੀ, ਜਿਹੜੇ ਵੱਡੇ ਵੱਡੇ ਸਮਾਗਮ ਕਰਨੇ ਸੀ, ਉਹ ਪੈਸਾ ਉਹਨਾਂ ਦੀ ਯਾਦ ਦੇ ਵਿੱਚ ਕੋਈ ਚੰਗੀਆਂ ਕਿਤਾਬਾਂ, ਚੰਗੇ ਜਿਹੜਾ ਕੋਈ ਚੇਅਰ ਬਣਾ ਦਿਓ, ਕੋਈ ਮਿਊਜ਼ੀਅਮ ਬਣਾ ਦਿਓ, ਕੁਛ ਇਸ ਤਰ੍ਹਾਂ ਦਾ ਕਰ ਦਿਓ, ਤੇ ਉਹ ਜ਼ਿਆਦਾ ਰਹਿੰਦੀ ਦੁਨੀਆ ਤੱਕ ਰਹੂਗਾ। ਇਹ ਜੀ ਕੋਈ ਗੱਲ ਕਰ ਦਿਓ। ਤੇ ਸਹੀ ਗੱਲ ਤਾਂ ਇਹ ਹੈ ਕਿ ਉਹਨਾਂ ਦੇ ਬਾਰੇ ਨੈਸ਼ਨਲ ਲੈਵਲ ਤੇ ਕੁਝ ਵੀ ਐਸਾ ਹਾਲੇ ਅਸੀਂ ਨਹੀਂ ਪ੍ਰਚਾਰ ਕਰ ਸਕੇ। ਆਏ ਵਾਰ ਦੱਸਣਾ ਪੈਂਦਾ ਹੈ ਕਿ ਹਿੰਦ ਦੀ ਚਾਦਰ ਉਹਨਾਂ ਨੂੰ ਕਿਉਂ ਕਿਹਾ ਜਾਂਦਾ ਹੈ। ਸੋ ਉਹ ਪੈਸਾ ਜਿਹੜਾ ਬਚੂਗਾ ਨਾ, ਉਹਨੂੰ ਉਸ ਪਾਸੇ ਲਾਓ, ਤੇ ਇਸ ਤਰ੍ਹਾਂ ਇਹ ਵਧੀਆ ਮਨਾਇਆ ਜਾ ਸਕੂਗਾ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ। ਮੈਂ ਹੁਣੇ ਜ਼ਿਕਰ ਕੀਤਾ ਕਿ ਜੇ ਪੈਸਾ ਹੋਵੇ ਉਹ ਕੋਈ ਢੰਗਾਂ ਨਾਲ ਲਾਇਆ ਜਾ ਸਕਦਾ। SP ਸਿੰਘ ਉਬਰਾਏ ਕਾਰੋਬਾਰੀ ਹੈ, ਮੈਂ ਉਹਤੇ ਆਰਟੀਕਲ ਲਿਖਿਆ ਸੀ ਜ਼ੀਰੋ ਤੋਂ ਹੀਰੋ। ਜਦੋਂ ਉਹ ਜ਼ੀਰੋ ਤੋਂ ਹੀਰੋ ਬਣਦੇ ਨੇ ਤੇ ਹੀਰੋ ਬਣਨ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਮੈਨੂੰ ਰੱਬ ਨੇ ਕਿੱਥੇ ਤੱਕ ਪਹੁੰਚਾਇਆ ਹੈ। ਤੇ ਹੁਣ ਉਹ ਆਪਣਾ ਜਿਹੜੀ ਉਹਨਾਂ ਦੀ ਟੋਟਲ ਇਨਕਮ ਹੈ, ਦੁਬਈ ਦੇ ਵਿੱਚ ਉਹਨਾਂ ਦਾ ਕਾਰੋਬਾਰ ਹੈ, ਉਹਦਾ ਜਿਹੜਾ ਹੈ 95% ਉਹ ਖਰਚ ਦਿੰਦੇ ਨੇ ਲੋਕਾਂ ਦੀ ਭਲਾਈ ਲਈ। ਸਰਬੱਤ ਦਾ ਭਲਾ ਟਰਸਟ ਬਣਾਇਆ ਹੋਇਆ, ਉਹਦੇ ਮੈਨੇਜਿੰਗ ਡਾਇਰੈਕਟਰ। ਮੈਂ ਲਗਾਤਾਰ ਐਕਟੀਵਿਟੀਜ਼ ਦੇਖ ਰਿਹਾ, ਤੇ ਉਹਨਾਂ ਚੋਂ ਹੁਣ ਕੱਲ ਦੀ ਐਕਟੀਵਿਟੀ ਇਹ ਹੈ ਕਿ 6 ਬੰਦੇ ਜਿਹੜੇ ਏਜੰਟਾਂ ਦਾ ਸ਼ਿਕਾਰ ਹੋ ਕੇ ਦੁਬਈ ਫਸੇ ਹੋਏ ਸੀ, ਉਹਨਾਂ ਨੇ ਲਿਆਂਦਾ ਹੈ। ਰਾਜਾ ਸੰਸੀ ਜਿਹੜਾ ਅੱਡੇ ਤੇ ਖੜੇ ਸੀ। ਮੈਂ ਸਮਝਦਾ ਕਿ ਆਪਣੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ। ਦੇਖੋ ਗੱਲ ਇਹ ਹੈ, ਚਾਹੇ ਤਾਂ ਇਹ ਜਿਹੜੇ ਬੱਚੇ ਕੱਲ ਆਏ ਨੇ ਉੱਥੋਂ ਛੁਡਾ ਲਿਆਂਦੇ, ਚਲੋ ਪੈਸਾ ਦੇਤਾ ਉਹਨਾਂ ਨੇ, ਲੇਕਿਨ ਖਾਸ ਤੌਰ ਤੇ ਜਿਹੜੀਆਂ ਕੁੜੀਆਂ ਨੂੰ ਉੱਥੇ ਭੇਜਿਆ ਜਾਂਦਾ, ਉਹ ਜਿਵੇਂ ਐਕਸਪਲॉइट ਹੁੰਦੀਆਂ ਨੇ, ਉਹਨਾਂ ਤੋਂ ਬਚਣ ਦੀ ਲੋੜ ਹੈ ਨਾ। ਉਹਨਾਂ ਨੂੰ ਕਿਵੇਂ ਬਚਾਓਗੇ ਤੁਸੀਂ? ਆ ਪਿੱਛੇ ਜੇ ਮੈਂ ਇੱਕ ਇੰਟਰਵਿਊ ਕੀਤੀ ਸੀ ਚੜ੍ਹਦੀ ਕਲਾ ਟਾਈਮ ਤੇ, ਤੁਸੀਂ ਦੇਖ ਸਕੋਗੇ। ਇੱਕ ਕੈਨੇਡਾ ਦੇ ਵਾਸੀ ਨੇ, ਹਰਨੇਕ ਸਿੰਘ ਰੰਧਾਵਾ, ਉਹ 20-37 ਉਹੋ ਜਿਹੀਆਂ ਕੁੜੀਆਂ ਨੂੰ ਛੁਡਾ ਕੇ ਲਿਆਏ ਨੇ ਜਿਨ੍ਹਾਂ ਤੋਂ ਉੱਥੇ ਧੰਦਾ ਕਰਵਾਇਆ ਜਾਂਦਾ ਸੀ। ਤਾਂ ਇਹ ਚਾਹੇ ਅਬਰਾਏ ਸਾਹਿਬ ਹੋਣ, ਚਾਹੇ ਕੋਈ ਚੰਗੇ ਕੰਮ ਕਰਨ, ਕੋਈ ਵੀ ਹੋਵੇ, ਇਸ ਦੀ ਸਾਨੂੰ ਪ੍ਰਸ਼ੰਸਾ ਕਰਨੀ ਪੈਂਦੀ ਹੈ। ਤੇ ਏਜੰਟਾਂ ਦੇ ਮਾਮਲੇ 'ਚ ਕੱਲ ਵੈਸੇ ਅਬਰਾਏ ਸਾਹਿਬ ਨੇ ਚੰਗੀ ਗੱਲ ਕੀਤੀ ਹੈ ਕਿ ਮੀਡੀਆ 'ਚ ਆ ਕੇ ਲੋਕਾਂ ਨੂੰ ਅਵੇਅਰ ਕੀਤਾ ਕਿ ਤੁਸੀਂ ਇਹ ਨਾ ਕਰੋ, ਜੇ ਆਉਣਾ ਵੀ ਹੈ ਸਾਡੇ ਉੱਤੇ ਸਾਰੇ ਥਾਂ ਤੇ ਚੈਪਟਰ ਨੇ, ਸਾਡੇ ਨਾਲ ਰਾਬਤਾ ਕਰ ਲਓ, ਦੱਸ ਦਾਂਗੇ ਕਿ ਸਹੀ ਏਜੰਟ ਹੈ ਜਾਂ ਗਲਤ ਏਜੰਟ ਹੈ, ਜਾਂ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ। ਐਨੀਵੇ, ਜਿਸ ਤਰ੍ਹਾਂ ਦਾ ਮੌਸਮ ਹੋਇਆ, ਮੈਂ ਹੁਣੀ ਜ਼ਿਕਰ ਕਰਕੇ ਹਟਿਆ ਕਿ ਨੁਕਸਾਨ ਹੋਇਆ ਕਣਕ ਦਾ, ਲੇਕਿਨ ਕਮਾਲ ਤਾਂ ਇਹ ਹੈ ਵੀ 25 ਸਾਲ ਬਾਅਦ ਮੈਂ ਰਿਕਾਰਡ ਦੇਖ ਰਿਹਾ ਸੀ ਮੌਸਮ ਦਾ, ਇੰਨੀ ਬਰਫ਼ ਪਹਿਲਾਂ ਨਹੀਂ ਪਈ ਕਦੇ ਜਿੰਨੀ ਹੁਣ ਪਈ ਹੈ। ਯਾਨੀ ਪਿਛਲੇ 25 ਸਾਲ ਦਾ ਰਿਕਾਰਡ ਇਹਨਾਂ ਨੇ ਤੋੜ ਦਿੱਤਾ। ਇਹਨਾਂ ਦਿਨਾਂ 'ਚ ਹਰ ਰੋਜ਼ ਹੀ ਖਬਰਾਂ ਜਿਹੜੀਆਂ ਮਾੜੀਆਂ ਆਉਂਦੀਆਂ ਨੇ,
ਕੱਲ ਵੀ ਮੈਂ ਤੁਹਾਨੂੰ ਦੋ ਖਬਰਾਂ ਦੱਸੀਆਂ ਸੀ, ਅੱਜ ਵੀ ਲਲਿਤ ਬਹਿਲ ਤੁਰ ਗਏ, ਜਿਹੜੇ 71 ਸਾਲ ਦੇ ਸੀ, ਐਕਟਰ ਸੀ, ਡਾਇਰੈਕਟਰ ਸੀ। ਤੇ ਸਾਡਾ ਤਾਂ ਇਹ ਸੀ ਕਿ ਸਾਡੇ ਕੁਲੀਗ ਸੀ, ਉਹਨਾਂ ਦੇ ਹਸਬੈਂਡ ਸੀ, ਜਿਹੜੇ ਨੇ ਭਾਵੇਂ ਬਾਲੀਵੁੱਡ ਚ ਉਹ ਵੱਡਾ ਨਾਮ ਸੀ, ਤੇ ਪਰ ਕਰੋਨਾ ਤਾਂ ਲਗਾਤਾਰ ਸਭ ਨੂੰ ਲੈ ਰਿਹਾ ਹੈ। ਸੋ ਲਲਿਤ ਬਹਿਲ ਵੀ ਚਲੇ ਗਏ। ਇੱਕ ਗੱਲ ਹੋਰ ਕੱਲ ਤੁਹਾਡੇ ਨਾਲ ਕੀਤੀ ਸੀ ਕਿ 1929 ਦਾ ਕਾਨੂੰਨ ਪੰਜਾਬ ਸਰਕਾਰ ਨੇ ਖਤਮ ਕਰਤਾ ਕਿ ਜੇ ਤੁਸੀਂ ਕੋਈ ਬੱਚਾ ਕਿਸੇ ਹੋਰ ਸਕੂਲ 'ਚ ਦਾਖਲ ਹੋਣਾ ਚਾਹੁੰਦਾ ਹੈ ਤਾਂ ਉਹਦਾ ਜਿਹੜਾ ਤਬਾਦਲਾ ਸਰਟੀਫਿਕੇਟ ਹੈ, ਟਰਾਂਸਫਰ ਸਰਟੀਫਿਕੇਟ ਹੈ, ਹੁਣ ਉਹਦੀ ਲੋੜ ਨਹੀਂ ਰਹਿਣੀ। ਦੇਖੋ, ਅੱਜ ਇਹਦੇ ਬਾਰੇ ਚਰਚਾ ਹੋਈ ਕਿ ਇਹਦੇ ਨਾਲ ਫਰਕ ਤਾਂ ਇਹ ਪਊਗਾ ਕਿ ਸਰਕਾਰੀ ਸਕੂਲਾਂ 'ਚ ਬੱਚੇ ਤਾਂ ਜ਼ਿਆਦਾ ਆ ਜਾਣਗੇ, ਮੰਨ ਲੈਂਦੇ, ਕਿਉਂਕਿ ਪ੍ਰਾਈਵੇਟ ਵਾਲੇ ਸਰਟੀਫਿਕੇਟ ਨਹੀਂ ਦਿੰਦੇ, ਤਾਂ ਉੱਥੇ ਤੁਸੀਂ ਕਰ ਲਓਗੇ। ਲੇਕਿਨ ਅਨੁਸ਼ਾਸਨਹੀਨਤਾ ਵੀ ਵੱਧ ਸਕਦੀ ਹੈ। ਬੱਚੇ ਨੇ ਇੱਕ ਸਕੂਲ ਦੇ ਵਿੱਚ ਕੋਈ ਗੜਬੜ ਕੀਤੀ ਤੇ ਉਹ ਉੱਥੋਂ ਛੱਡ ਕੇ ਦੂਜੇ ਸਕੂਲ 'ਚ, ਕਿਉਂਕਿ ਸਰਟੀਫਿਕੇਟ ਦੀ ਲੋੜ ਨਹੀਂ ਤਾਂ ਇੱਕ ਕਰੈਕਟਰ ਸਰਟੀਫਿਕੇਟ ਜਾਂਦਾ ਹੁੰਦਾ ਸੀ, ਉਹਦੀ ਲੋੜ ਨਹੀਂ ਪੈਣੀ। ਸੋ ਇਹ ਤੇ ਸੋਚਣ ਦੀ ਲੋੜ ਹੈ ਵੀ ਇਹਦੇ ਕਿਸ ਕਿਸਮ ਦਾ ਇੰਪੈਕਟ ਪਊਗਾ। ਸੋ ਇਹ ਬਹੁਤ ਸਾਰੀਆਂ ਹੋਰ ਖਬਰਾਂ ਸੀ, ਪਰ ਹੁਣ ਕਿਉਂਕਿ ਟਾਈਮ ਹੋ ਗਿਆ, ਇਸ ਕਰਕੇ ਮੈਂ ਤੁਹਾਤੋਂ ਆਗਿਆ ਮੰਗਦਾ ਔਰ ਇਹ ਯਾਦ ਕਰਾਉਣਾ ਕਿ ਕੱਲ ਸਵੇਰੇ 8:40 ਤੇ ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋ, ਔਰ ਕੱਲ ਸ਼ਾਮ ਨੂੰ ਤੇ ਅੱਜ ਸ਼ਾਮ ਨੂੰ 5:30 ਵਜੇ ਆਪਾਂ ਚਰਚਾ ਪ੍ਰੋਗਰਾਮ 'ਚ ਫਿਰ ਮਿਲਾਂਗੇ। ਬਹੁਤ ਬਹੁਤ